ਹਰਸਿਮਰਨ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੋ ਜਦ ਮਿਲ ਕੇ ਬੈਠਾਂਗੇ ਵਿੱਚ। ਥੈਂਕ ਯੂ ਜੈਸਮੀਨ, ਥੈਂਕ ਯੂ ਫॉर ਹੈਵਿੰਗ ਮੀ। ਜੀ ਹਰਸਿਮਰਨ, ਜਿੱਦਾਂ ਹੀ ਅਸੀਂ ਦੱਸਿਆ ਕਿ ਤੁਸੀਂ ਸ਼ੋਅ 'ਤੇ ਆਉਣਾ, ਸਾਡੇ ਕੋਲੇ ਸਵਾਲਾਂ ਦੀ ਝੜੀ ਲੱਗ ਗਈ ਹੈ। ਇਹ ਜੀ ਬਟ ਓਬਵੀਅਸ ਹੈ ਬਿਕੋਜ਼ ਰੀਜ਼ਨ ਬੀਇੰਗ ਕਿ ਇੱਥੇ ਇੰਨੇ ਲੋਕ ਹੈਗੇ ਨੇ ਜਿਹੜੇ ਇਸ ਵੇਲੇ ਕਹਿ ਲਓ ਕਿ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ। ਜਦੋਂ ਇਹ 75 ਦਾ ਡਰਾਅ ਆਇਆ, ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇੰਨਾ ਥੱਲੇ ਡਰਾਅ ਕਰਨਗੇ, ਕਿਉਂਕਿ ਜਿਹੜੇ ਕੈਂਡੀਡੇਟਸ ਹੈਗੇ ਸੀ, ਜਿਹੜੇ ਕਹਿ ਲਓ ਕਿ 110 ਤੇ 150 ਤੇ ਕਾਫੀ ਓਲਡ ਵੀ ਜਨਰੇਸ਼ਨ ਹੈਗੀ ਹੈ। ਵੀ ਆਰ ਨਾਟ ਜਸਟ ਟਾਕਿੰਗ ਅਬਾਊਟ ਇੰਟਰਨੈਸ਼ਨਲ ਸਟੂਡੈਂਟਸ, ਇੱਥੇ ਉਹ ਵੀ ਨੇ ਜਿਨ੍ਹਾਂ ਨੇ ਵਿਜ਼ਿਟਰ ਸਟੇਟਸ ਤੋਂ ਵਰਕ ਪਰਮਿਟ ਚੇਂਜ ਕੀਤਾ ਹੈ, ਉਹ ਵੀ ਨੇ ਜਿਹੜੇ ਆਪਣੇ ਫੈਮਿਲੀ ਨੂੰ ਮਿਲਣ ਆਏ ਸੀ ਤੇ ਇੱਥੇ ਸਟਕ ਹੋ ਗਏ ਐਂਡ ਦੈਨ ਉਹਨਾਂ ਨੇ ਵਰਕ ਪਰਮਿਟ ਤੇ ਕਨਵਰਟ ਕੀਤਾ ਤੇ ਦੇ ਆਰ ਬਿਟਵੀਨ ਦ ਏਜ ਆਫ 35 ਐਂਡ 50। ਬਿਲਕੁਲ, ਉਹ ਕਿੱਥੇ ਜਾਣ, ਰਾਈਟ? ਸੋ ਜਦੋਂ ਇਹ ਡਰਾਅ ਨਿਕਲਿਆ, ਜਿਹੜੇ ਵੀ ਉਹਨਾਂ ਦੇ XYZ ਕੰਸਲਟੈਂਟ ਸੀ, ਉਹਨਾਂ ਦਾ ਐਕਸਪ੍ਰੈਸ ਐਂਟਰੀ ਕਹਿ ਲਓ, ਕੋਈ ਵੀ ਬਣਾ ਹੀ ਨਹੀਂ ਸੀ ਰਹੇ ਉਹਨਾਂ ਦਾ ਪ੍ਰੋਫਾਈਲ। ਅੱਛਾ, ਉਹ ਕਹਿ ਰਹੇ ਸੀ ਕਿ ਤੁਸੀਂ ਕੁਆਲੀਫਾਈ ਨਹੀਂ ਹੁੰਦੇ ਭਾਜੀ, ਤੁਸੀਂ ਕੁਆਲੀਫਾਈ ਨਹੀਂ ਹੁੰਦੇ ਭੈਣ ਜੀ, ਤੁਹਾਡਾ ਅਸੀਂ ਬਣਾ ਕੇ ਸਾਡਾ ਵੀ ਟਾਈਮ ਵੇਸਟ ਹੋਵੇ, ਤੁਹਾਡਾ ਵੀ ਟਾਈਮ ਵੇਸਟ ਹੋਵੇ, ਅਸੀਂ ਕੀ ਕਰਾਂਗੇ ਇਹਦੇ ਵਿੱਚ। ਉਸ ਤੋਂ ਬਾਅਦ ਯੂ ਵੋਂਟ ਬਿਲੀਵ, ਸਾਨੂੰ ਇੰਨੀ ਕਾਲਸ ਆਈਆਂ ਕਿ ਕਹਿੰਦੇ ਸੀ ਕਿ ਹੁਣ ਅਸੀਂ ਕੀ ਕਰੀਏ, ਹੁਣ ਅਸੀਂ ਕੁਆਲੀਫਾਈ ਹੋ ਸਕਦੇ ਹਾਂ, ਹੁਣ ਸਾਡਾ ਕੁਝ ਹੋ ਸਕਦਾ ਹੈ, ਬਟ ਅਨਫੋਰਚੂਨੇਟਲੀ ਸਾਡੇ ਕੋਲ ਉਹਦਾ ਕੋਈ ਜਵਾਬ ਹੀ ਨਹੀਂ ਹੈ। ਅਨਲੈਸ ਐਂਡ ਅੰਟਿਲ ਅਸੀਂ ਸੈਕਿੰਡ ਡਰਾਅ ਦੇਖੀਏ, ਕੰਸਿਸਟੈਂਸੀ ਕੋਈ ਦੇਖੀਏ, ਜਾਂ ਤੇ ਇਹ ਕੰਸਿਸਟੈਂਸੀ 6 ਮਹੀਨੇ ਦੀ ਚੱਲਦੀ ਆਉਂਦੀ ਤੇ ਅਸੀਂ ਕਹਿ ਸਕਦੇ ਸੀ ਹਾਂਜੀ ਜ਼ਰੂਰ, ਪਰ ਸਾਡੇ ਕੋਲ ਕੋਈ ਕੰਸਿਸਟੈਂਸੀ ਹੈ ਹੀ ਨਹੀਂ ਫੋਲੋ ਕਰਨ ਵਾਸਤੇ। ਰਾਈਟ, ਸੋ ਅਸੀਂ ਸਿਰਫ ਉਹਨਾਂ ਨੂੰ ਇਹੀ ਕਹਿ ਸਕਦੇ ਹਾਂ, ਲੁਕਿੰਗ ਐਟ ਦ ਡਰਾਅ, ਲੁਕਿੰਗ ਐਟ ਵਾਟ ਦ ਗਵਰਨਮੈਂਟ ਹੈਜ਼ ਡਨ, ਅਸੀਂ ਉਹਨਾਂ ਨੂੰ ਇਹੀ ਕਹਿ ਸਕਦੇ ਹਾਂ ਕਿ ਯੈਸ ਪਲੀਜ਼ ਮੇਕ ਯੋਰ ਪ੍ਰੋਫਾਈਲ। ਅੱਛਾ, ਪ੍ਰੋਫਾਈਲ ਬਣਾ ਲਓ, ਪ੍ਰੋਫਾਈਲ ਬਣਾ ਲਓ। ਜੇ ਤੁਹਾਡੇ ਕੋਲ ਆਲ ਦ ਰਿਕੁਆਇਰਮੈਂਟਸ ਹੈਗੀਆਂ, ਰਿਕੁਆਇਰਮੈਂਟਸ ਇਨ ਦ ਸੈਂਸ ਕਿ ਜੇ ਤੁਸੀਂ ਬਾਈ ਚਾਂਸ ਇੰਡੀਆ ਤੋਂ ਹੋ, ਕਿਤੋਂ ਵੀ ਕਿਸੇ ਵੀ ਦੇਸ਼ ਤੋਂ ਹੋ, ਤੁਸੀਂ ਐਜੂਕੇਸ਼ਨ ਕੀਤੀ ਹੈ 12ਵੀਂ ਤੋਂ ਬਾਅਦ, ਉਸ ਦੀ ਇਵੈਲੂਏਸ਼ਨ ਕਰਵਾ ਕੇ ਰੱਖ ਲਓ। ਇਵੈਲੂਏਸ਼ਨ 'ਚ ਵੀ ਅੱਜ ਕੱਲ੍ਹ ਕੋਵਿਡ ਦੀ ਵਜ੍ਹਾ ਤੋਂ 2 months ਲੱਗ ਰਹੇ ਨੇ। ਰਾਈਟ, ਸੋ ਗੈਟ ਦੈਟ ਡਨ, ਰਾਈਟ, ਗੈਟ ਔਨ ਟੌਪ ਆਫ ਥਿੰਗਸ। ਠੀਕ ਹੈ, ਬੀ ਇਨਫੋਰਮੇਟਿਵ। ਅਸੀਂ ਸਭ ਤੋਂ ਪਹਿਲਾਂ ਇਹੀ ਕਹਿੰਦੇ ਹਾਂ ਕਿ ਬੀ ਇਨਫੋਰਮੇਟਿਵ। ਤੁਸੀਂ ਆਪਣੀ ਇਵੈਲੂਏਸ਼ਨ ਨਹੀਂ ਕਰਵਾਓਗੇ, IELTS ਨਹੀਂ ਕਰੋਗੇ, ਬੇਸਿਕ ਸਟੈਪਸ ਹੀ ਨਹੀਂ ਫੋਲੋ ਕਰੋਗੇ, ਤੁਹਾਡੀ ਪ੍ਰੋਫਾਈਲ ਤੇ ਦੂਰ ਦੀ ਗੱਲ ਹੈ, ਅਸੀਂ ਕੁਝ ਕਰ ਹੀ ਨਹੀਂ ਪਾਵਾਂਗੇ ਤੁਹਾਡੇ ਵਾਸਤੇ। ਸੋ ਤੁਸੀਂ ਆਪਣਾ ਟਾਈਮ ਹੀ ਵੇਸਟ ਕਰੀ ਜਾਓਗੇ। ਰਾਈਟ, ਸੋ ਬੈਟਰ ਹੈ ਕਿ ਜੋ ਵੀ ਸੁਣਨ ਵਾਲੇ ਹੈਗੇ ਨੇ, ਜੇ ਉਹਨਾਂ ਕੋਲ ਉਹਨਾਂ ਦੀ ਇਵੈਲੂਏਸ਼ਨ ਰੈਡੀ ਜਾਂ ਉਹਨਾਂ ਦਾ 12ਵੀਂ ਦਾ ਸਰਟੀਫਿਕੇਟ ਹੈ, ਉਹਨਾਂ ਕੋਲ ਬੈਚਲਰਸ ਹੈ ਹੀ ਨਹੀਂ, ਉਹਨਾਂ ਕੋਲ ਕੋਈ ਹਾਇਰ ਐਜੂਕੇਸ਼ਨ ਨਹੀਂ ਹੈ, ਵਾਈ ਵੇਸਟ ਟਾਈਮ। ਜੀ, ਸੋ ਕੋਈ ਪਤਾ ਨਹੀਂ ਕਿ ਨੈਕਸਟ ਸਟਾਕ ਕਿੰਨੇ ਤੇ ਆਏ, ਕੀ ਪਤਾ 75 ਤੇ ਹੀ ਕੱਢ ਦੇਣ ਫਿਰ ਦੁਬਾਰਾ। ਮੈਂ ਤਾਂ ਸਿਮਰਨ ਇਹ ਮੀਮਸ ਦੇਖ ਰਹੀ ਸੀ, ਲੋਕਾਂ ਨੇ ਕਿਹਾ ਵੀ ਪਾਸਿੰਗ ਮਾਰਕਸ ਜਿਹੜੇ ਇੰਡੀਆ 'ਚ ਨੇ 33 ਹੁੰਦੇ ਨੇ, ਸੋ ਹੋ ਸਕਦਾ there are universities and colleges that don't accept students below 80 right now। ਤੇ 75 ਤੇ I am getting, because ਅਸੀਂ ਵੀ I am quite active on social media as well, ਤੇ ਅਸੀਂ ਵੀ ਪਾਉਂਦੇ ਹਾਂ, ਟ੍ਰੋਲਸ ਪਾਉਂਦੇ ਹਾਂ, and we make videos, we post on ਤੇ ਅਸੀਂ ਇਨਫੋਰਮੇਟਿਵ ਵੀਡੀਓਜ਼ ਵੀ ਪਾਉਂਦੇ ਹਾਂ, ਤੇ ਉਹਦੇ ਵਿੱਚ ਵੀ ਦੇ ਆਰ ਲਾਈਕ ਇੰਡੀਆ ਤੋਂ ਮੈਨੂੰ ਕੁਐਰੀਜ਼ ਆ ਰਹੀਆਂ, ਆਸਟ੍ਰੇਲੀਆ ਤੋਂ ਕੁਐਰੀਜ਼ ਆ ਰਹੀਆਂ, ਜਰਮਨੀ ਤੋਂ ਕੁਐਰੀਜ਼ ਆ ਰਹੀਆਂ, ਕੈਨ ਵੀ ਕੁਆਲੀਫਾਈ ਇਨ ਦਿਸ? ਬਟ ਆਈ ਵਾਜ਼ ਲਾਈਕ ਅਨਫੋਰਚੂਨੇਟਲੀ no, it's only for people who are stuck in Canada, you know, or not just stuck but inside Canada. Absolutely, right? So ਜਿਹੜੇ ਵੀ I think I have made over 20 profiles so far. My God, in just that time frame, and on top ਤੁਸੀਂ ਪਲੀਜ਼ ਇਹ ਜ਼ਰੂਰ ਦੇਖ ਲੈਣਾ ਕਿ ਡੋਂਟ ਬੀ ਔਨ ਟੌਪ ਆਫ ਦ ਕੰਸਲਟੈਂਟਸ ਕਿ ਤੁਸੀਂ ਮੇਰੀ ਪ੍ਰੋਫਾਈਲ ਬਣਾਤੀ ਤੇ ਮੈਨੂੰ ਰਾਈਟ ਅਵੇ ਕਨਫਰਮੇਸ਼ਨ ਭੇਜੋ, ਬਿਕੋਜ਼ ਕਨਫਰਮੇਸ਼ਨ ਅੱਜ ਕੱਲ੍ਹ ਆ ਹੀ ਨਹੀਂ ਰਹੀ, ਟੂ ਬੀ ਓਨੈਸਟ। ਕੋਈ ਕਨਫਰਮੇਸ਼ਨ ਇਜ਼ ਟੇਕਿੰਗ 10 to 15 days, business days I'm talking about. So ਜਿਹਦੀ ਪ੍ਰੋਫਾਈਲ ਅਸੀਂ ਲੈਟਸ ਸੇ 15th ਨੂੰ ਨਿਕਲਿਆ ਸੀ, I started getting inquiries right on that day, and I think we had spent in the office the very next day until 10 o'clock. Acha, I was in the office with my staff until 10 PM to overlook everything. Okay, because they are like nahi ji ਅੱਜ ਹੀ ਕਰੋ and we didn't get a confirmation until the 25th or 26th, which was yesterday ਕਿ ਤੁਹਾਡੀ ਆਲਰੇਡੀ ਪ੍ਰੋਫਾਈਲ 'ਚ ਹੁਣ ਪੈ ਗਈ ਹੈ, ਹੁਣ ਪੂਲ 'ਚ ਪੈ ਗਿਆ ਤੁਹਾਡਾ ਨਾਮ। ਰਾਈਟ, ਕਿਉਂਕਿ ਉਸ ਦਿਨ ਮੈਨੂੰ ਲੱਗਦਾ ਕਈ ਲੋਕਾਂ ਨੇ ਤਾਂ ਇੱਦਾਂ ਲਿਟਰਲੀ ਜਾ ਕੇ ਨਾ ਟਿਕਟੌਕ ਤੇ ਵੀਡੀਓਜ਼ ਬਣਾਈਆਂ, ਕਮਾਲ ਹੀ ਹੋ ਗਈ ਜੀ, 75 ਆ ਗਿਆ, ਹੁਣ ਪਤਾ ਨਹੀਂ ਜਾਣਾ ਕਿੱਥੇ। ਬਟ ਇਹਦੇ ਨਾਲ ਨਾ ਕਾਫੀ ਕਨਫਿਊਜ਼ਨ ਵੀ ਕ੍ਰੀਏਟ ਹੋਈ। ਗੱਲ ਇਹ ਹੋਈ, ਜਿਹੜੇ ਲੋਕਾਂ ਨੇ ਇੰਨਾ ਕੰਮ ਕੀਤਾ ਹੋਇਆ, ਜਿਨ੍ਹਾਂ ਨੇ ਇੰਨਾ ਕੰਮ ਕੀਤਾ ਸਕੋਰ ਬਣਾਉਣ
ਆਉਣ 'ਚ ਵੀ ਪਤਾ ਨਹੀਂ ਕਿੰਨਾ ਕੁ, ਤੇ ਹੁਣ 75 ਵਿਜ਼ਾ ਵੀ ਦੇਰ ਆਰ ਪੀਪਲ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਲਈ ਤੁਹਾਨੂੰ ਲੱਗਦਾ ਹੈ ਇਟਸ ਅ ਰੋਂਗ ਥਿੰਗ ਫॉर them, ਉਹਨਾਂ ਦੀ ਗਲਤ ਹੋਈ ਨਹੀਂ ਹੋਈ? ਨਾਟ ਐਟ ਆਲ, ਬਿਕੋਜ਼ ਜਿਹੜੇ ਕਹਿ ਲਓ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਸਟੈਪ ਅਪ ਕੀਤਾ ਹੈ, ਆਇਲਸ 4 ਵਾਰੀ ਕੀਤੀ ਹੈ ਲੈਟਸ ਸੇ, ਜਾਂ ਆਪਣੀ ਹਾਇਰ ਐਜੂਕੇਸ਼ਨ ਇੱਥੇ ਅਟੇਨ ਕਰਨ ਆਏ ਨੇ, they shouldn't be disheartened about this. They should be actually positive about it. ਕਿ ਜਦੋਂ ਸਾਡਾ ਨੰਬਰ ਆਏਗਾ, ਲੈਟਸ ਸੇ ਜਿਹੜੇ ਬੱਚੇ ਇੱਥੇ ਮਾਸਟਰਸ ਕਰਨ ਆਏ ਨੇ, ਬਿਕੋਜ਼ they were not getting any way out in India or in any other country, they were not getting a way out, ਤੇ ਉਹ ਇੱਥੇ ਆਏ ਨੇ ਆਪਣੀ ਹਾਇਰ ਐਜੂਕੇਸ਼ਨ ਅਟੇਨ ਕਰਨ ਵਾਸਤੇ ਕਿ ਐਟਲੀਸਟ ਅਸੀਂ ਕੈਨੇਡਾ ਤੇ ਪਹੁੰਚ ਗਏ, right? So they shouldn't be disheartened at all. This is actually a very positive sign for them. ਇਹ ਤੁਸੀਂ ਵਧੀਆ ਕੀਤਾ ਦੱਸਦਾ, ਕਿਉਂਕਿ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਲੱਗਿਆ ਵੀ ਅਸੀਂ ਤਾਂ ਇੰਨੀਆਂ ਮਿਹਨਤਾਂ ਕਰਕੇ, ਹੁੰਦਾ ਨਾ ਕਲਾਸ 'ਚ ਬੱਚੇ ਇੱਕ ਜਿਹੜਾ ਬਹੁਤ ਮਿਹਨਤ ਕਰਦਾ ਹੈ ਤੇ ਉਹ ਪਿੱਛੇ ਰਹਿ ਜਾਂਦਾ, ਜਿਹਨੇ ਲਾਸਟ ਡੇ ਪੜ੍ਹਿਆ ਹੁੰਦਾ ਉਹਦੇ ਨੰਬਰ ਉੱਤੋਂ ਗਾਂਹ ਆ ਜਾਂਦੇ। ਹਾਂ ਨਹੀਂ, ਇਹ ਤੇ ਦੇਖੋ ਕਹਿ ਲਓ ਕਿ ਆਈ ਥਿੰਕ ਐਟਲੀਸਟ 10 ਬੱਚੇ 10 ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀ ਸਾਡੇ ਵਿਚਾਰੇ ਨਿਕਲੇ ਨੇ, ਦੈਟ ਵਰ ਸਟਕ ਬਿਕੋਜ਼ BCPNP ਕਲੋਜ਼ ਸੀ ਜੀ। BCPNP just opened up on the 16th as well. ਉਹਨਾਂ ਨੇ ਵੀ ਸਾਰੇ ਖੋਲਤਾ ਉਹਨਾਂ ਨੇ ਜੀ, but again the points are still high for some people, because ਜਿਹੜੇ ਕਈ ਬੱਚੇ ਨੇ they are still doing kitchen helper jobs, they are still doing food counter attendants, or they are doing let's say supervisors ਨੇ ਜੀ। ਉਹਨਾਂ ਨੇ ਸੁਪਰਵਾਈਜ਼ਰ ਬਹੁਤ ਮਿਹਨਤ ਨਾਲ ਬਣੇ ਨੇ, ਬਿਲਕੁਲ ਉਹਨਾਂ ਨੇ ਪੂਰੀ 2 ਸਾਲ ਨੇ ਐਜ਼ ਅ ਕਿਚਨ 'ਚ ਹੈਲਪ ਕੀਤੀ, ਐਜ਼ ਅ ਕੁੱਕ ਔਰ ਐਜ਼ ਅ ਹੈਲਪਰ, ਫਿਰ ਉਹਨਾਂ ਨੂੰ ਉਹ ਸੁਪਰਵਾਈਜ਼ਰ ਦੀ ਪੋਜੀਸ਼ਨ ਮਿਲੀ ਹੈ, ਰਾਈਟ? ਬਟ ਈਵਨ ਦੈਨ ਦੇ ਆਰ ਨਾਟ ਕੁਆਲੀਫਾਈਂਗ, ਸੋ ਦੈਟ ਇਟ ਇਜ਼ ਅ ਵੈਰੀ ਵੈਰੀ ਪੋਜ਼ਿਟਿਵ ਸਾਈਨ ਫॉर them। ਬਹੁਤ ਵਧੀਆ ਗੱਲ ਹੈ। ਤੇ ਹਰਸਿਮਰਨ ਜੀ ਸਾਡੇ ਨਾਲ ਇਸ ਵੇਲੇ ਕਾਲਰਸ ਜਿਹੜੇ ਉਹ ਕਾਲ ਕਰਨ ਲੱਗ ਗਏ ਨੇ, ਬਿਕੋਜ਼ ਇਹ ਜਿਹੜੀ ਇਮੀਗ੍ਰੇਸ਼ਨ ਦਾ ਮਸਲਾ ਹੈ ਨਾ ਲੈਂਦੇ ਸਾਰੀ ਪਤਾ ਲੱਗ ਜਾਂਦਾ ਵੀ ਇੱਥੇ ਤਾਂ ਕੁਛ ਨਾ ਕੁਛ ਗੱਲ ਹੈਗੀ ਹੈ। ਆਫ ਕੋਰਸ ਜੀ, ਆਫ ਕੋਰਸ। ਚਲਿਏ ਅਸੀਂ ਆਪਣਾ ਪਹਿਲਾ ਕਾਲਰ ਜਿਹੜਾ ਉਹ ਲੈ ਲੈਂਦੇ। ਸਤਿ ਸ਼੍ਰੀ ਅਕਾਲ ਅਮਨ ਜੀ। ਹਾਈ, ਸਤਿ ਸ਼੍ਰੀ ਅਕਾਲ ਜੀ, ਹਾਊ ਆਰ ਯੂ? ਕਿੱਦਾਂ? ਵਧੀਆ ਜੀ। ਮੈਨੂੰ ਕੁਐਸਚਨ ਸੀਗਾ ਜੀ ਛੋਟਾ ਜਿਹਾ, ਕਿ ਜਿੱਦਾਂ 75 ਹੁਣ ਸਕੋਰ ਆਇਆ ਹੋਇਆ ਹੈਗਾ, ਤੇ ਨੈਕਸਟ ਮੰਥ ਇਹ ਫੋਰ ਸ਼ੋਰ ਹੈ ਜੀ ਡਰਾ ਨਿਕਲੇਗਾ ਹੀ ਨਿਕਲੇਗਾ, ਔਰ ਅਗਰ ਨਿਕਲੇਗਾ ਤੇ ਕਿਆ ਉਹ ਅਸੀਂ ਇਸ ਗੱਲ ਨੂੰ ਕੁਛ ਥੋੜਾ ਜਿਹਾ, ਜਿੱਦਾਂ ਮੈਨੂੰ ਕੁਝ ਸੁਣਨ ਨੂੰ ਆ ਰਿਹਾ ਹੈ, ਜਿੱਦਾਂ ਕੰਸਲਟੈਂਟਸ ਕਹਿੰਦੇ ਆ ਕਿ 4 ਲੱਖ ਬੰਦਾ ਪੱਕਾ ਕਰਨਾ ਹੈ ਜੀ ਹੁਣ ਇਹਨਾਂ ਨੇ, ਲਾਈਕ ਕਾਈਂਡ ਆਫ ਰਿਊਮਰਸ ਜਿੱਦਾਂ ਚੱਲ ਰਿਹਾ ਮਾਰਕੀਟ ਦੇ ਵਿੱਚ, ਇਜ਼ ਇਟ ਫੋਰ ਸ਼ੋਰ ਹੈ ਕਿ ਇੱਦਾਂ ਦਾ ਗਵਰਨਮੈਂਟ ਦਾ ਜਾਂ ਸਾਡੇ ਕੈਨੇਡੀਅਨ ਗਵਰਨਮੈਂਟ ਦਾ ਕੋਈ ਇੱਦਾਂ ਦਾ ਸੋਚ ਹੈ ਇੱਦਾਂ ਦੀ ਸਾਡੇ ਬਾਰੇ, ਰਾਈਟ? ਜਿਹੜੇ ਵਰਕ ਪਰਮਿਟ ਤੇ ਹੈਗੇ ਆ। ਅਮਨ ਜੀ, ਥੈਂਕਸ ਫॉर द ਕੁਐਸਚਨ। ਹਾਂਜੀ, ਤੁਸੀਂ ਠੀਕ ਸੁਣਿਆ ਕਿ ਉਹਨਾਂ ਨੇ ਪੱਕਾ ਜ਼ਰੂਰ ਕਰਨਾ ਹੈ। 4 ਲੱਖ ਕਿੱਥੋਂ ਨੰਬਰ ਆਇਆ ਹੈ, ਵੀ ਕੈਨ ਸ਼ੇਅਰ ਦੈਟ ਐਜ਼ ਵੈਲ। ਤੁਸੀਂ ਔਨਲਾਈਨ ਜਾ ਕੇ CIC ਦੀ ਵੈਬਸਾਈਟ 'ਤੇ ਵੀ ਦੇਖ ਸਕਦੇ ਹੋ ਕਿ ਉਹ ਕਿਸ ਤਰੀਕੇ ਨਾਲ ਕਿਹੜੀ ਕੈਟੇਗਰੀ ਵਿੱਚ ਲੋਕੀ ਪੱਕਾ ਕਰਨਾ ਚਾਹੁੰਦੇ ਨੇ। ਅਤੇ ਇਹ ਜਿਹੜੇ ਸਾਡੇ ਮਿਨਿਸਟਰ ਹੈਗੇ ਨੇ ਇਮੀਗ੍ਰੇਸ਼ਨ ਦੇ, ਉਹਨਾਂ ਨੇ ਵੀ ਇਹ ਬਾਰ-ਬਾਰ ਬਿਆਨ ਦਿੱਤੇ ਨੇ ਕਿ ਜਿਹੜੇ ਵਰਕ ਪਰਮਿਟ 'ਤੇ ਫੋਰਨ ਵਰਕਰਸ ਨੇ, ਉਹਨਾਂ ਵਾਸਤੇ ਉਹ ਕੋਈ ਸਟਰੀਮ ਕੱਢਣਗੇ ਜਾਂ ਉਹਨਾਂ ਵਾਸਤੇ ਉਹ ਕੁਛ ਨਾ ਕੁਛ ਰਸਤਾ ਜ਼ਰੂਰ ਕੱਢਣਗੇ ਟੂ ਗੈਟ ਦੈਮ ਪਰਮਾਨੈਂਟ ਰੈਸੀਡੈਂਸੀ। ਐਜ਼ ਪਰ ਦ 75 ਡਰਾ ਆਈ ਕੈਨ ਨਾਟ ਪ੍ਰੋਮਿਸ ਯੂ ਕਿ ਅਗਲੀ ਵਾਰੀ ਆਏਗਾ ਕਿ ਨਹੀਂ ਆਏਗਾ, ਬਟ ਹਾਂ ਸਾਡੀ ਉਮੀਦਾਂ ਜ਼ਰੂਰ ਜਾਗੀਆਂ ਨੇ 75 ਡਰਾ ਦੇਖ ਕੇ, ਬਿਕੋਜ਼ ਹਿਸਟਰੀ ਵਿੱਚ ਕਦੀ ਵੀ ਇੱਦਾਂ ਨਹੀਂ ਹੋਇਆ। ਸੋ ਜੇ ਤੁਸੀਂ ਕੁਆਲੀਫਾਈ ਕਰਦੇ ਹੋ, ਜਿਵੇਂ ਮੈਂ ਪਹਿਲਾਂ ਕਿਹਾ, ਪਲੀਜ਼ ਪੁੱਟ ਅਪ ਯੋਰ ਪ੍ਰੋਫਾਈਲ। ਜੇ ਤੁਹਾਡੇ ਕੋਲ ਆਲਰੇਡੀ ਸਾਰਾ ਆਪਣਾ ਸਭ ਕੁਝ ਰੈਡੀ ਹੈਗਾ, ਅਤੇ ਤੁਸੀਂ ਆਪਣਾ ਪ੍ਰੋਫਾਈਲ ਬਣਾਓ। ਡੋਂਟ ਵੇਟ ਕਿ ਅਸੀਂ ਨੈਕਸਟ ਡਰਾ ਦੇਖ ਲਈ ਕਿੰਨੇ 'ਤੇ ਆਏਗਾ, ਬਿਕੋਜ਼ ਵੀ ਨੈਵਰ ਨੋ, ਕਿਸੇ ਨੂੰ ਕੀ ਪਤਾ ਸੀ ਕਿ 75 'ਤੇ ਡਰਾ ਆਏਗਾ ਪਹਿਲਾਂ, ਰਾਈਟ? ਸੋ ਹੁਣ ਵੀ ਇਹੀ ਮੈਂ ਸੁਜੈਸਟ ਕਰਾਂਗੀ, ਆਪਣਾ ਪ੍ਰੋਫਾਈਲ ਪਲੀਜ਼ ਬਣਵਾ ਲਓ, ਤਾਂ ਕਿ ਜਦੋਂ ਵੀ ਤੁਹਾਡਾ ਜਦੋਂ ਵੀ ਡਰਾ ਆਏ, ਐਟਲੀਸਟ ਜੇ ਕੱਟ 'ਤੇ ਡਰਾ ਆਏ, ਯੂ ਆਰ ਨਾਟ ਲੈਫਟ ਆਊਟ। Exactly. Thank you so much. You're welcome ਜੀ। Thank you ਅਮਨ ਜੀ। Thank you. Bye. Have a good way. Thank you ਜੀ। ਹਰਸਿਮਰਨ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਇਸ ਵੇਲੇ IRCC ਕੋਲ ਬਹੁਤ ਸਾਰੀਆਂ ਫਾਈਲਸ ਹੋ ਗਈਆਂ ਹੋਣੀਆਂ, ਸੋ ਟੈਕਲ ਕਿੱਦਾਂ ਕਰਨਗੇ ਉਹ ਇਸ ਸਿਚੁਏਸ਼ਨ ਨੂੰ? ਰਾਈਟ ਨਾਓ ਇਹ ਜ਼ਰੂਰ ਆਇਆ ਸੀ ਸਾਨੂੰ ਸੁਣਨ ਨੂੰ, ਬਿਕੋਜ਼ ਵੀ ਡੂ ਗੈਟ ਲਾਈਕ emails from CIC that they are hiring. They are hiring quite a bit of people to work remotely in call centers and otherwise. हाँ, wait time ਜ਼ਰੂਰ ਹੈਗੇ। ਜਦੋਂ ਤੁਸੀਂ RCIC ਫੋਨ ਕਰਦੇ ਹੋ, the wait times are very high. You don't get to talk to an actual representative. ਬਿਲਕੁਲ ਜੀ, ਘੰਟਾ ਲੱਗ ਜਾਂਦਾ। ਘੰਟਾ ਨਹੀਂ, I have personally spent 2 hours on the phone. So sometimes even after 2 hours they are like, okay, we are closed.
अच्छा So it's but natural, but they are hiring people. If they have given invitations to so many people, it's but obvious that they are going to do something regarding that. ਜੀ ਐਂਡ ਇਹ ਨਹੀਂ ਹੈਗਾ ਕਿ ਆਫਿਸਰਸ ਸਿਰਫ ਕੈਨੇਡਾ ਵਿੱਚ ਹੀ ਇਸ ਨੂੰ ਦੇਖ ਸਕਦੇ ਨੇ। ਇਟ ਇਜ਼ ਪੋਸੀਬਲ ਕਿ ਉਹ ਆਲ ਓਵਰ ਦ ਵਰਲਡ ਜਿਹੜੇ ਹੈਗੇ ਨੇ ਆਫਿਸਰਸ ਦੈਟ ਆਰ ਹਾਇਰਡ ਬਾਈ CIC ਉਹਨਾਂ ਨੂੰ ਵੀ ਕੰਮ ਤੇ ਲਗਾ ਦੇਣ। ओके Yeah. मतलब काफी कुछ हो रहा है, मतलब बिल्कुल जी बिल्कुल, या बिकॉज आप भी देखो ना, दे हैव गिवन सो मेनी इन्विटेशंस, जी 27,000 इन्विटेशंस वर गॉन राइट इन जस्ट वन ड्रॉ। जी ਸੋ ਪਹਿਲਾਂ ਹੀ ਫਾਈਲਸ ਇੰਨੀਆਂ ਡਿਲੇ ਹੋ ਰਹੀਆਂ ਸੀ, ਹੁਣ ਕੀ ਹੋਏਗਾ? ਐਵਰੀਵਨ ਇਜ਼ concerned about that, ਬਿਲਕੁਲ and it's but obvious. So I would just say patience is the key in this. ਜੇ ਤੁਸੀਂ ਪੇਸ਼ੈਂਸ ਨਹੀਂ ਰੱਖੋਗੇ ਤੇ ਅਸੀਂ ਵੀ ਕੁਝ ਨਹੀਂ ਕਰ ਸਕਦੇ, ਬਿਕੋਜ਼ ਸਾਨੂੰ ਵੀ ਕਾਲਸ ਐਵਰੀ ਸਿੰਗਲ ਡੇ ਆਉਂਦੀਆਂ ਸਾਡੀ ਅਪਡੇਟ ਕੀ ਹੈ। ਐਂਡ ਟਰਸਟ ਮੀ, ਕੰਸਲਟੈਂਟਸ, anyone who's a consultant out there, they want your work done more than you do. more than you do ਠੀਕ ਹੈ, ਜੀ ਜੇ ਕੋਈ ਸਾਡੇ ਕੋਲ ਕੋਈ ਵੀ ਅਪਡੇਟ ਆਉਂਦੀ ਹੈ, ਵੀ ਗੈਟ ਅ ਨੋਟੀਫਿਕੇਸ਼ਨ ਰਾਈਟ ਅਵੇ। ਰਾਈਟ ਠੀਕ ਹੈ, ਸੋ ਅਸੀਂ ਤੁਹਾਨੂੰ 100% ਦੱਸਾਂਗੇ ਕਿ ਤੁਹਾਡੀ ਕੀ ਅਪਡੇਟ ਹੈ। ਬਟ ਇਫ ਯੂ ਕੀਪ ਕਾਲਿੰਗ ਅਸ, ਇਫ ਯੂ ਕੀਪ ਆਸਕਿੰਗ ਅਸ, ਵੀ ਡੋਂਟ ਹੈਵ ਅ ਰਾਈਟ ਔਰ ਰੋਂਗ ਆਨਸਰ ਫॉर ਯੂ। ਬਿਲਕੁਲ, ਮੈਨੂੰ ਲੱਗਦਾ ਵਿਹਲੇ ਬਹਿ ਕੇ ਫਿਰ ਅਸੀਂ ਇਹ ਸੋਚਦੇ ਹਾਂ ਵੀ ਚਲੋ ਕੰਸਲਟੈਂਟ ਨੂੰ ਫੋਨ ਲਾ ਲਈਏ ਵੀ ਕਿੱਥੇ ਗਈ ਸਾਡੀ ਫਾਈਲ। ਚਲਿਏ ਇੱਕ ਕਾਲਰ ਸਾਡੇ ਨਾਲ ਜੀ ਜੁੜੇ ਨੇ ਜੀ ਇਸ ਵੇਲੇ। ਬਿਲਕੁਲ। ਸਤਿ ਸ਼੍ਰੀ ਅਕਾਲ ਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਇੱਕ ਕੁਐਸਚਨ ਇਹ ਸੀਗਾ, ਜਿਵੇਂ ਜਿਹੜੇ ਵਰਕ ਪਰਮਿਟ ਤੇ ਡਰਾਈਵਰਸ ਇੱਥੇ ਕੰਮ ਕਰ ਰਹੇ ਆਲਰੇਡੀ, ਉਹਨਾਂ ਕੋਲ 2 years ਦਾ ਵਰਕ ਪਰਮਿਟ ਹੁੰਦਾ, ਤੇ would they be able to apply for it even though they don't have a IELTS test passed out? ਸਤਿ ਸ਼੍ਰੀ ਅਕਾਲ ਮਨਦੀਪ ਜੀ, ਦੈਟਸ ਅ ਵੈਰੀ ਵੈਲਿਡ ਕੁਐਸਚਨ ਯੂ ਹੈਵ। ਹਾਂਜੀ, ਉਹ ਅਪਲਾਈ ਜ਼ਰੂਰ ਕਰ ਸਕਦੇ ਨੇ, ਬਟ ਤੁਹਾਡੇ ਪੁਆਇੰਟਸ ਨਹੀਂ ਉਨੇ ਬਣਨਗੇ। ਇਫ ਯੂ ਆਰ ਲੁਕਿੰਗ ਫॉर ਲਾਈਕ ਇਫ ਯੂ ਆਰ ਅ ਡਰਾਈਵਰ, ਲਾਈਕ ਅ ਟਰੱਕ ਡਰਾਈਵਰ, ਲੌਂਗ ਹਾਲ ਟਰੱਕ ਡਰਾਈਵਰ, ਦ ਓਨਲੀ ਹਰਡਲ ਇਜ਼ ਕਿ ਉਹਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ ਕਿ ਜੇ ਤੁਸੀਂ IELTS ਨਹੀਂ ਕਰਦੇ, ਤੁਹਾਡੀ ਐਜੂਕੇਸ਼ਨ ਵੀ ਹੈਗੀ, ਤੁਹਾਡੇ ਕੋਲ ਐਕਸਪੀਰੀਅੰਸ ਵੀ ਹੈਗਾ, ਅਤੇ ਤੁਹਾਡੇ ਪੁਆਇੰਟਸ ਉਨੇ ਨਹੀਂ ਬਣਦੇ ਜਿੰਨੇ ਉਹ ਚਾਹੁੰਦੇ ਨੇ। ਜਿਵੇਂ ਲਾਸਟ ਡਰॉ 75 85 ਇੰਨਾ ਹੀ ਚੱਲ ਰਿਹਾ, ਰਾਈਟ। ਜੇ ਉਹ ਥੱਲੇ ਜਾਂਦਾ ਤੇ ਅਫਕੋਰਸ ਤੁਸੀਂ ਕੁਆਲੀਫਾਈ ਕਰ ਲੋਗੇ ਬਿਨਾਂ IELTS ਦੇ, ਪਰ ਐਡਵਾਈਜ਼ੇਬਲ ਇਹੀ ਹੈਗਾ ਕਿ ਤੁਸੀਂ ਜ਼ਰੂਰ IELTS ਕਰੋ, ਇੱਕ ਵਾਰੀ ਟਰਾਈ ਕਰਕੇ ਦੇਖੋ। ਜੇ ਤੁਹਾਨੂੰ ਕੋਈ ਹਰਡਲ ਆਉਂਦੀ ਹੈ, ਦੇਰ ਆਰ ਬਹੁਤ ਸਾਰੇ ਖੁੱਲ੍ਹੇ ਹੋਏ ਨੇ ਬਾਹਰ IELTS ਦੇ ਸੈਂਟਰਸ, ਜਿਹੜੇ ਤੁਹਾਨੂੰ ਟ੍ਰੇਨ ਕਰਦੇ ਨੇ ਐਂਡ ਤੁਹਾਡੀ IELTS ਤੁਹਾਡੀ ਇੰਪਰੂਵ ਕਰਨ 'ਚ ਹੈਲਪ ਕਰਦੇ ਨੇ, ਤਾਂ ਤੁਸੀਂ ਉਹਨਾਂ ਦੀ ਹੈਲਪ ਲਓ। ਆਈ ਨੋ ਕਿ ਬਿਜ਼ੀ ਲਾਈਫ ਵਿੱਚ ਟਾਈਮ ਕੱਢਣਾ ਬਹੁਤ ਔਖਾ ਹੈ। ਮੇ ਬੀ ਟਰਾਈ ਫਾਈਂਡਿੰਗ ਸਮਵਨ ਕਿ ਤੁਹਾਨੂੰ ਔਨਲਾਈਨ ਹੈਲਪ ਦੇ ਦੇ। ਇਫ ਯੂ ਹੈਵ ਐਨੀ ਸੋਰਟ ਆਫ ਪ੍ਰੋਬਲਮਸ, ਸਾਡੇ ਕੋਲ ਵੀ IELTS ਦੇ ਇੰਸਟਰਕਟਰਸ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਕਲੋਜ਼ਲੀ ਕੰਮ ਕਰਦੇ ਹਾਂ। ਤੁਸੀਂ ਸਾਨੂੰ ਸਾਡੇ ਆਫਿਸ ਆਵਰਸ 'ਚ ਫੋਨ ਕਰ ਸਕਦੇ ਹੋ, ਮੇ ਬੀ ਵੀ ਕੈਨ ਹੈਲਪ ਯੂ ਆਊਟ ਇਨ ਦੈਟ। ਜੀ ਮਨਦੀਪ ਜੀ, ਵੈਰੀ ਗੁੱਡ, ਥੈਂਕ ਯੂ ਜੀ। ਇੱਕ ਚੀਜ਼ ਹੋਰ ਪੁੱਛਣਾ ਹਾਂਜੀ ਚਾਹੁੰਦਾ ਹਾਂਜੀ ਸੀ, ਜਿਵੇਂ ਜਿਹੜੇ ਇੰਡੀਆ 'ਚ ਬੈਠੇ ਲੋਕ ਆਪਣਾ ਕੀ ਕਹਿੰਦੇ ਆ ਐਕਸਪ੍ਰੈਸ ਐਂਟਰੀ ਵਿੱਚ ਅਪਲਾਈ ਕਰਦੇ ਆ, ਉਹਨਾਂ ਦੇ ਵੀ ਕੁਝ ਪੁਆਇੰਟਸ ਘਟੇ ਨੇ ਹੁਣ? ਨਹੀਂ ਜੀ, ਫਿਲਹਾਲ ਉਹਨਾਂ ਦੇ ਪੁਆਇੰਟਸ ਉੱਥੇ ਹੀ ਖੜੇ ਨੇ, ਬਿਕੋਜ਼ ਹਜੇ ਲਾਸਟ ਡਰॉ CEC ਦਾ ਹੀ ਆਇਆ ਸੀ, ਉਸ ਤੋਂ ਬਾਅਦ ਕੋਈ ਫੈਡਰਲ ਸਕਿਲਡ ਦਾ ਡਰॉ ਆਇਆ ਨਹੀਂ ਹੈਗਾ। ਉਹਨਾਂ ਦੇ ਪੁਆਇੰਟਸ ਉੱਥੇ ਹੀ ਨੇ ਅਨਫੋਰਚੂਨੇਟਲੀ, ਬਟ ਪੋਸੀਬਲ ਹੈਗਾ ਕਿ ਜੇ ਇਹ ਕਹਿ ਰਹੇ ਨੇ ਕਿ ਅਸੀਂ ਇੰਨੇ ਬੰਦੇ ਪੱਕੇ ਕਰਨੇ ਹੈ, ਹੋ ਸਕਦਾ ਕਿ ਉਹਨਾਂ ਨੂੰ ਵੀ ਇਨਕਲੂਡ ਕਰ ਲਿੱਤਾ ਜਾਏ ਇਨ ਦ ਨੈਕਸਟ ਕਮਿੰਗ ਡਰॉਜ਼। ਓਕੇ, ਥੈਂਕ ਯੂ ਜੀ। ਯੂ ਆਰ ਵੈਲਕਮ ਜੀ, ਥੈਂਕ ਯੂ। ਓਕੇ ਮਨਦੀਪ ਜੀ। ਸਾਡੇ ਅਗਲੇ ਕਾਲਰ ਨੇ ਕੋਮਲ। ਹਾਂਜੀ ਕੋਮਲ ਜੀ, ਹੈਲੋ। ਮੈਂ ਪੁੱਛਣਾ ਸੀਗਾ ਕਿ ਜਿੱਦਾਂ 1 ਸਾਲ ਦਾ ਜੇ ਕਿਸੇ ਕੋਲ ਪਲੰਬਿੰਗ ਐਕਸਪੀਰੀਅੰਸ ਹੈਗਾ ਆ ਜੀ, ਤੇ ਉਹ ਨੌਕ ਬੀਚ ਮਤਲਬ ਲਾਏ ਕਰਦੇ ਆ ਕਿ ਨਹੀਂ ਕਰਦੇ? ਜਿੱਦਾਂ ਮੈਕਡੋਨਲਡ ਵਗੈਰਾ ਕਹਿੰਦੇ ਆ ਕਿ ਸੁਪਰਵਾਈਜ਼ਰ ਮੈਨੇਜਰ ਹੋਣਾ ਚਾਹੀਦਾ। ਪਲੰਬਿੰਗ ਐਕਸਪੀਰੀਅੰਸ ਡਜ਼ ਕਮ ਇਨ ਦ ਨੌਕ ਕੋਡ B ਕੋਮਲ। ਤੁਸੀਂ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਨੌਕ ਕੋਡ ਬਾਰੇ ਚਾਹੀਦੀ ਹੁੰਦੀ ਹੈ, ਯੂ ਕੈਨ ਗੂਗਲ ਫਾਈਂਡ ਯੋਰ NOC ਓਵਰ ਦੇਅਰ, ਅਤੇ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਕਿ ਪਲੰਬਿੰਗ NOC, ਉੱਥੇ ਆ ਜਾਏਗਾ ਨਾਲ ਦੇ ਨਾਲ ਕਿ ਤੁਹਾਡਾ ਕਿਹੜਾ ਨੌਕ ਕੋਡ ਹੈ ਕਿ ਕਿਹਦੇ ਵਿੱਚ ਫਾਲ ਕਰਦਾ ਹੈ। ਓਕੇ, ਜੇ ਮਤਲਬ ਮੈਂ ਹੁਣ ਜਿੱਦਾਂ ਪਲੰਬਿੰਗ ਜਿੱਦਾਂ ਛੱਡੀ ਹੋਈ ਆ ਤੇ ਫੇਰ ਦੁਬਾਰਾ ਜੇ ਅਸੀਂ ਰੀਸਟਾਰਟ ਕਰੀਏ ਮਤਲਬ ਨੈਕਸਟ ਮੰਥ ਤੋਂ ਜਾਂ ਹੁਣ ਤੋਂ, ਤੇ ਫਿਰ ਉਹ ਮਤਲਬ ਲਾਈ ਕਰ ਜੂਗਾ ਜਿੱਦਾਂ PR ਵਾਸਤੇ? ਮਤਲਬ ਤੁਹਾਡੇ ਕੋਲ ਜੇ ਪ੍ਰੀਵੀਅਸ 1 ਸਾਲ ਦਾ ਪਲੰਬਿੰਗ ਦਾ ਐਕਸਪੀਰੀਅੰਸ ਹੈਗਾ ਐਂਡ ਇਟ ਇਜ਼ ਕੰਟੀਨਿਊਅਸ 12 months, ਆਫ ਕੋਰਸ ਕਰੇਗਾ। ਓਕੇ ਓਕੇ, ਹਾਂਜੀ ਓਕੇ ਕੋਮਲ, ਥੈਂਕ ਯੂ ਜੀ। ਥੈਂਕ ਯੂ ਜੀ। ਹਰਸਿਮਰਨ ਜੀ, ਸਾਡੇ ਨਾਲ ਕਾਲਰ ਇੱਕ ਨੇ ਜੀ। ਜੁੜੇ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਇੱਕ ਛੋਟੀ ਜਿਹੀ ਗੱਲ ਪੁੱਛਣੀ ਸੀ ਕਿ ਮੈਨੂੰ ਕਿਸੇ ਸਟੂਡੈਂਟ ਦਾ ਇੰਡੀਆ ਤੋਂ ਫੋਨ ਆਇਆ ਸੀਗਾ, ਉਹਨਾਂ ਦੇ 7 ਬੈਂਡ ਆਏ ਆ ਇੰਡੀਆ ਦੇ ਵਿੱਚ,
ਤੇ ਉਹਨਾਂ ਦੇ ਕੋਲ ਇੰਡੀਆ ਦਾ ਐਕਸਪੀਰੀਅੰਸ ਵੀ ਹੈ ਤੇ ਇੰਡੀਆ ਦੇ ਉਹ ਪੋਸਟ ਗ੍ਰੈਜੂਏਟ ਆ ਤੇ ਉਹਨਾਂ ਦੇ ਜਿਹੜੇ ਫੈਡਰਲ ਐਕਸਪ੍ਰੈਸ ਦੇ ਵਿੱਚ 400 ਪਲੱਸ ਪੁਆਇੰਟ ਬਣਦੇ ਆ। somebody was telling him ਕਿ ਡਾਇਰੈਕਟਲੀ ਤੁਸੀਂ PR ਲਾ ਲਓ, ਸਟੂਡੈਂਟ ਫਾਈਲ ਨਾ ਲਾਓ। I don't know, ਲਾਈਕ ਉਹਦੇ 'ਚ ਮੈਂ ਤੁਹਾਨੂੰ ਕੁਐਸਚਨ ਇਹ ਪੁੱਛਣਾ ਸੀਗਾ ਕਿ ਜੇ ਉਹ ਸਟੂਡੈਂਟ ਫਾਈਲ ਲਾ ਕੇ ਇੱਥੇ ਆ ਜਾਂਦੇ ਆ ਤਾਂ ਉਹ ਇੱਥੋਂ ਡਾਇਰੈਕਟਲੀ PR ਕਰ ਸਕਦੇ ਅਪਲਾਈ ਸੇਮ ਵੇ ਦ ਵੇ ਦੇ ਅਪਲਾਈ ਫਰੋਮ ਇੰਡੀਆ? ਹਾਂਜੀ ਜੀ, ਉਹ ਕਰ ਸਕਦੇ ਆ ਬਿਲਕੁਲ ਡੈਫੀਨੇਟਲੀ। ਜੇ ਉਹ ਕੈਨੇਡਾ ਪਹਿਲਾਂ ਮਤਲਬ ਜਲਦੀ ਆਉਣਾ ਚਾਹੁੰਦੇ ਹੈ, ਸਟੱਡੀ ਇਜ਼ ਅ ਬੈਟਰ ਰਾਊਟ ਦੈਨ PR, ਬਿਕੋਜ਼ ਜੇ ਉਹਨਾਂ ਦੇ 400 ਜਾਂ 450 ਪੁਆਇੰਟਸ ਬਣ ਰਹੇ ਨੇ, ਫੈਡਰਲ ਸਕਿਲਡ ਜਿਹੜਾ ਵਰਕਰਸ ਨੇ ਹਜੇ ਵੀ ਉਹਨਾਂ ਦਾ ਡਰੋ 469 ਜਾਂ 470 ਤੇ ਜਾਂ 460 ਤੇ ਚੱਲ ਰਿਹਾ। ਸੋ ਜੇ ਉਹਨਾਂ ਦੇ ਉਨੇ ਪੁਆਇੰਟਸ ਨਹੀਂ ਬਣਦੇ, ਇਟਸ ਬੈਟਰ ਕਿ ਉਹ ਕਿਸੇ ਮਾਸਟਰਸ ਪ੍ਰੋਗਰਾਮ ਤੇ ਇੱਥੇ ਆ ਜਾਣ ਐਂਡ ਦੈਨ ਦੇ ਕੈਨ ਪਰਸਿਊ ਦੇਅਰ PR ਡਾਇਰੈਕਟਲੀ ਫਰੋਮ ਕੈਨੇਡਾ। ਓਕੇ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਹਰਸਿਮਰਨ, ਮੈਂ ਤੁਹਾਡੇ ਤੋਂ ਗੱਲ ਪੁੱਛਣਾ ਚਾਹੁੰਦੀ ਸੀ ਪਰਸਨਲੀ। ਮੈਨੂੰ ਇਹ ਦੱਸੋ, ਜਦੋਂ ਇਮੀਗ੍ਰੇਸ਼ਨ 'ਚ ਤੁਸੀਂ ਆਏ, ਜਿਹੜਾ ਤੁਸੀਂ ਫੀਲਡ ਚੂਜ਼ ਕੀਤਾ ਆਪਣੇ ਲਈ, ਇਹ ਕੌਨਸ਼ੀਅਸ ਡਿਸੀਜਨ ਸੀ ਵੀ ਮੈਂ ਇਸੇ ਫੀਲਡ 'ਚ ਜਾਣਾ? ਕਿਉਂਕਿ ਇਹਦੇ 'ਚ ਮੈਂ ਤੁਹਾਨੂੰ ਜੇ ਪੰਜਾਬੀ 'ਚ ਕਹਾਂ ਤੇ ਭਕਾਈ ਵੀ ਬਹੁਤ ਆ, ਜੇ ਸਿੱਧੀ ਗੱਲ ਪੁੱਛੋ ਤਾਂ ਕਾਲਸ ਨੇ, ਤੇ ਤੁਹਾਨੂੰ ਆਪਣੇ ਆਪ ਨੂੰ ਮਤਲਬ ਤੁਹਾਨੂੰ ਪੜ੍ਹਨਾ ਵੀ ਪੈਂਦਾ ਹੈ, ਤੁਹਾਨੂੰ ਪਤਾ ਵੀ ਕਰਨਾ ਪੈਂਦਾ ਵੀ ਰੋਜ਼ ਹੀ ਚੇਂਜਸ ਹੁੰਦੇ ਰਹਿੰਦੇ ਨੇ। ਮਤਲਬ ਆਪਣੇ ਆਪ ਨੂੰ ਨੌਲੇਜ ਵਾਈਜ਼ ਵੀ ਤੁਸੀਂ ਅਪਡੇਟ ਕਰਦੇ ਰਹਿੰਦੇ ਹੋ, ਸਾਰਾ ਕੁਛ ਕਰ, ਐਂਡ ਥਰੂ ਆਊਟ ਦ ਵਰਲਡ ਤੁਹਾਨੂੰ ਪਤਾ ਹੁੰਦਾ ਕਿ ਲੋਕੀ ਤਾਂ ਅੱਜ ਕੱਲ੍ਹ ਕਿਤੋਂ ਵੀ ਸਵਾਲ ਪੁੱਛਦੇ ਵੀ ਜੀ ਮੈਂ ਆਸਟ੍ਰੇਲੀਆ ਤੋਂ ਬੰਦਾ ਬੁਲਾਉਣਾ, ਮੈਂ ਪੁਰਤਗਾਲ ਤੋਂ ਮੰਗਵਾਉਣਾ। ਸੋ ਉਹਦੇ ਲਈ ਤੁਸੀਂ ਕਿੰਨਾ ਕੁ ਆਪਣੇ ਆਪ ਨੂੰ ਪ੍ਰਿਪੇਅਰ ਕਰਦੇ ਹੋ, ਐਂਡ ਹਾਊ ਡਿਡ ਯੂ ਇਨ ਦ ਫਰਸਟ ਪਲੇਸ ਕਮ ਇਨ ਦਿਸ? I am actually a criminology student by background. Achha. So, I wanted to become a lawyer. Achha. This was the best next thing to it. Achha. So, life happened, couldn't become a lawyer. So, I was like, why not do this? Achha. Kyunki I like being challenged. Achha. So, yes, badi jagah to sawal jawab aande ne, and that is the reason we keep ourselves informed. ਜੀ। ਅਸੀਂ seminars attend ਕਰਦੇ ਹਾਂ, ਅਸੀਂ informative sessions attend ਕਰਦੇ ਹਾਂ, and I like keep myself informative. So, ਸਾਡੀ ਕਾਫੀ ਮੈਂਬਰਸ ਨੇ ਜਿਹੜੇ ਜਿਨ੍ਹਾਂ ਨੇ ਐਸੋਸੀਏਸ਼ਨਸ ਬਣਾਈਆਂ ਹੋਈਆਂ ਜੀ, ਐਂਡ ਵੀ ਆਰ ਕਲੋਜ਼ ਨਿਟ ਵਿਦ ਦੈਮ। ਜੀ, ਯਾ, ਸੋ ਵੀ ਕੀਪ ਆਰਸੈਲਵਸ ਇਨਫੋਰਮਡ। ਜੇ ਅਸੀਂ ਨਹੀਂ ਇਨਫੋਰਮ ਹੁੰਦੇ ਤੇ ਲੋਕੀ ਸਾਨੂੰ ਇਨਫੋਰਮ ਕਰ ਦਿੰਦੇ ਨੇ ਕਈ ਵਾਰ ਦੈਟ ਇਹ ਆ ਰਿਹਾ ਜੀ, ਇਹ ਆ ਰਿਹਾ ਜੀ। ਸੋ ਵੀ ਸਟਾਰਟ ਰੀਡਿੰਗ ਅਬਾਊਟ ਇਟ ਐਂਡ ਟਰਸਟ ਮੀ, ਇਨਫੋਰਮੇਸ਼ਨ ਇਜ਼ ਨੈਵਰ ਲੈਸ। ਸੋ ਜਿੰਨੀ ਵਾਰੀ ਵੀ ਤੁਸੀਂ ਲੈਂਦੇ ਹੋ, ਇਟਸ ਬੈਟਰ। ਅੱਛਾ, ਔਰ ਖਾਸ ਕਰ ਕਿਉਂਕਿ ਇਸ ਫੀਲਡ ਦੇ ਅੰਦਰ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਚੀਜ਼ ਦਾ ਹੁੰਦਾ, ਕਿਉਂਕਿ ਇੱਥੇ ਰਹਿਣਾ ਕੈਨੇਡਾ ਵਿੱਚ ਇੱਕ PR ਹੋਣਾ, ਫਿਰ ਸਿਟੀਜ਼ਨ ਹੋਣਾ, ਇਹੀ ਮੈਨੂੰ ਲੱਗਦਾ ਡ੍ਰੀਮ ਹੁੰਦਾ, ਤੇ ਉਸ ਡ੍ਰੀਮ ਨੂੰ ਪੂਰਾ ਕਰਨ ਲਈ ਲੋਕੀ ਜਿਹੜੇ ਨੇ ਇਹ ਹੌਲੀ ਹੌਲੀ ਸਾਰੇ ਸਟੈਪਸ ਲੈਂਦੇ ਨੇ। ਤੇ ਹਰਸਿਮਰਨ ਜੀ, ਜਿਹੜੇ ਟਰੱਕਰਸ ਨੇ ਖਾਸ ਕਰ, ਮੈਨੂੰ ਬਹੁਤ ਸਾਰੇ WhatsApp ਤੇ ਸਵਾਲ ਆ ਰਹੇ ਨੇ ਕਿ ਉਹ ਜਿਹੜੇ ਨੇ ਐਕਸਪ੍ਰੈਸ ਐਂਟਰੀ ਦੇ ਅੰਦਰ ਨਹੀਂ ਆਉਂਦੇ, ਮੈਨੂੰ ਲੱਗਦਾ। ਹਾਂਜੀ, ਉਹ ਨਹੀਂ ਆਉਂਦੇ। ਉਹ ਜਿਹੜੇ ਨੇ ਉਹ ਇੰਨੀ ਮਿਹਨਤੀ, ਜਿਹੜੇ ਆਪਾਂ ਕਹਿ ਸਕਦੇ ਨੇ ਨਾ ਟਰੱਕਰਸ ਨੇ, ਇੰਨੀ ਮਿਹਨਤ ਕਰਦੇ ਨੇ, ਪਰ ਆਇਲਸ ਦੇ ਵਾਜੋਂ ਤੇ ਕੁਆਲੀਫਿਕੇਸ਼ਨ ਦੇ ਕਰਕੇ ਇਹ ਪਿੱਛੇ ਰਹਿ ਜਾਂਦੇ ਨੇ ਚੀਜ਼ਾਂ। ਇਹਨਾਂ ਲਈ ਕੋਈ ਖਾਸ ਇੱਥੇ ਇੰਤਜ਼ਾਮ ਹੈਗਾ ਕੁਛ ਇਹੋ ਜਿਹਾ ਕਿ ਵੀ ਹੋਣਾ ਚਾਹੀਦਾ? ਤੁਹਾਨੂੰ ਲੱਗਦਾ ਹੋਣਾ ਤੇ ਚਾਹੀਦਾ ਡੈਫੀਨੇਟਲੀ, ਬਿਕੋਜ਼ ਦੇ ਹੈਵ ਬੀਨ ਦ ਵਨਸ ਕਿ ਜਿਨ੍ਹਾਂ ਨੇ ਪੈਂਡੈਮਿਕ ਦੇ ਵਿੱਚ ਵੀ ਬਹੁਤ ਹਾਰਡ ਕੰਮ ਕੀਤਾ। ਸਨੋ ਹੋਏ, ਰੇਨ ਹੋਏ, ਸ਼ਾਈਨ ਹੋਏ, they are on their truck and they are delivering stuff. And no doubt, they are coming and they want to work and it's good money. But that's not the end point. They do jeopardize their life as well. ਕਿੰਨੇ ਲੋਕ ਨੇ ਜਿਨ੍ਹਾਂ ਨੂੰ IC roads ਤੇ ਚਲਾਉਣਾ ਪੈਂਦਾ ਹੈ, and we wouldn't even think in our wildest dream to drive in that weather. ਕਈ ਸਸਕੈਚੁਅਨ ਜਾ ਰਹੇ ਨੇ, ਕਈ ਟੋਰਾਂਟੋ ਜਾ ਰਹੇ ਨੇ, ਨੋਵਾ ਸਕੋਸ਼ੀਆ ਤੱਕ ਜਾ ਰਹੇ ਨੇ, ਰਾਈਟ? ਸੋ ਮੈਂ ਉਹਨਾਂ ਨੂੰ ਇਹੀ ਸੁਜੈਸਟ ਕਰਾਂਗੀ, ਜੇ ਤੇ ਬਾਈ ਚਾਂਸ ਉਹ ਇੱਥੇ LMI ਵਰਕ ਪਰਮਿਟ ਤੇ ਨੇ, ਬੌਂਡਡ ਵਰਕ ਪਰਮਿਟ ਤੇ ਨੇ, get yourself a little bit informed, ਥੋੜਾ ਜਿਹਾ ਟਾਈਮ ਕੱਢ ਕੇ ਆਪਣੀ IELTS ਕਰੋ। ਜੇ ਤੁਹਾਨੂੰ ਦੂਸਰੇ ਤਰੀਕੇ, ਮਤਲਬ ਤੁਹਾਡੇ ਕੋਲ ਜਾਣ ਦਾ ਟਾਈਮ ਨਹੀਂ ਹੈਗਾ, ਕੁਝ ਆਨਲਾਈਨ ਪ੍ਰੋਵੀਜ਼ਨ ਕੱਢੋ ਕਿ ਤੁਹਾਨੂੰ ਕੋਈ ਆਨਲਾਈਨ ਇੰਸਟਰਕਟਰ ਤੁਹਾਨੂੰ ਪੜ੍ਹਾ ਸਕੇ, ਬਿਕੋਜ਼ ਐਟ ਦ ਐਂਡ ਆਫ ਦ ਡੇ ਜਿਹੜੀ ਬੇਸਿਕ ਰਿਕੁਆਇਰਮੈਂਟਸ ਹੈ ਉਹ ਤੇ ਪੂਰੀ ਕਰਨੀ ਹੀ ਪਏਗੀ, ਅਨਲੈਸ ਐਂਡ ਅੰਟਿਲ ਦੇ ਟੇਕ ਆਊਟ ਦ ਸਟਰੀਮ। ਹਾਂਜੀ ਜੀ, ਕੋਈ IELTS ਦੀ ਜ਼ਰੂਰਤ ਨਹੀਂ ਹੈ, ਜਾਂ ਤੁਹਾਨੂੰ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈ, ਗ੍ਰੇਡ 12 ਤੇ ਬੇਸਿਕ ਹੈ, ਉਹ ਤੇ ਚਾਹੀਦੀ ਹੁੰਦੀ ਹੈ। ਐਂਡ ਦੇਰ ਆਰ ਅ ਲੋਟ ਆਫ ਪੀਪਲ ਜਿਹੜੇ ਦੁਬਈ ਤੋਂ ਕਾਫੀ ਆਉਂਦੇ ਨੇ, ਤੇ ਉਹਨਾਂ ਕੋਲ 12ਵੀਂ ਤੇ ਹੁੰਦੀ ਹੈ ਬੇਸਿਕ। ਸੋ ਮੈਂ ਇਹੀ ਉਹਨਾਂ ਨੂੰ ਕਵਾਂਗੀ, ਇਹੀ ਇਨਫੋਰਮ ਕਰਨਾ ਚਾਹਾਂਗੀ ਕਿ ਆਪਣੀ IELTS ਤੇ ਥੋੜਾ ਜਿਹਾ ਤਵੱਜੋ ਦਿਓ, ਉਹਦੇ ਤੇ ਜ਼ਿਆਦਾ ਥੋੜਾ ਧਿਆਨ ਦਿੱਤਾ ਜਾਵੇ। ਹਾਂਜੀ, ਪਰ ਇਹ ਡਰਦੇ ਕਿਉਂ ਨੇ IELTS ਤੋਂ? ਇਹਨਾਂ ਦੇ ਲਈ ਉਹ ਜੀ ਹਵਾ ਬਣਾਇਆ ਹੋਇਆ, ਹੋਰ ਕੁਝ ਨਹੀਂ ਹੈ, ਹਵਾ ਬਣਾਇਆ ਹੋਇਆ। ਇਟਸ ਬੇਸਿਕ ਲੈਂਗੁਏਜ। ਤੁਸੀਂ ਤੇ ਮੈਂ ਜਿਵੇਂ ਪੰਜਾਬੀ 'ਚ ਗੱਲ ਕਰ ਰਹੇ ਹਾਂ, ਉਵੇਂ ਗੋਰੇ ਇੱਕ ਦੂਸਰੇ ਨਾਲ ਇੰਗਲਿਸ਼ 'ਚ ਗੱਲ ਕਰ ਰਹੇ ਹੋ। ਜੇ ਤੁਸੀਂ ਕੈਨੇਡਾ ਤੱਕ ਪਹੁੰਚ ਹੀ ਗਏ ਹੋ, ਜੇ ਤੁਸੀਂ ਥੋੜੀ ਬਹੁਤੀ ਟੁੱਟੀ ਫੁੱਟੀ ਵੀ ਇੰਗਲਿਸ਼ ਬੋਲ ਲੈਂਦੇ ਹੋ, ਤੇ ਵਾਈ ਆਰ ਯੂ ਸਕੇਅਰਡ ਟੂ ਟਾਕ
ਟਾਕ ਇਨ ਫਰੰਟ ਆਫ ਸਮਨ। ਬਿਲਕੁਲ। ਹਾਂ, ਤੁਹਾਡੇ ਕੋਲ ਸਲੈਂਗ ਨਹੀਂ ਹੋਏਗਾ ਕੈਨੇਡੀਅਨਸ ਵਾਂਗ, ਪਰ ਤੁਸੀਂ ਬੇਸਿਕ ਲੈਂਗੁਏਜ ਤੇ ਬੋਲ ਹੀ ਲੋਗੇ ਨਾ ਜੀ। ਬੇਸਿਕ ਤੁਸੀਂ ਜਾ ਕੇ ਟਰਾਈ ਹੀ ਨਹੀਂ ਕਰੋਗੇ, ਹਾਊ ਵਿਲ ਯੂ ਫਾਈਂਡ ਆਊਟ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਜੀ ਬਿਲਕੁਲ। ਸੋ ਇਹ ਹਵਾ ਹੀ ਹੈ ਜਿਹੜਾ ਆਪਾਂ ਬਿਲਕੁਲ ਜੀ, ਬਿਲਕੁਲ। ਅੱਛਾ, ਇੱਕ ਹਰਸਿਮਰਨ ਜੀ ਸਵਾਲ ਆਇਆ ਹੈ, ਇਹ ਹੈ ਸੰਦੀਪ ਸੰਘੇੜਾ ਦਾ, ਤੇ ਉਹ ਪੁੱਛ ਰਹੇ ਨੇ ਕਿ ਮੈਂ ਅਪਲਾਈ ਕੀਤੀ ਸੀ ਐਕਸਪ੍ਰੈਸ ਐਂਟਰੀ ਐਜ਼ ਕੁੱਕ, ਮੇਰਾ ਡਿਸੀਜਨ ਮਈ 30 ਨੂੰ ਆਉਣਾ ਸੀ ਔਰ ਦੇ ਗੇਵ ਮੀ ਦ ਟਾਈਮ ਫਰੇਮ ਟਿਲ 30 ਮਈ। ਨਾਓ ਇਟਸ ਬੀਨ 15 ਮੰਥਸ ਫॉर ਮਾਈ ਐਕਸਪ੍ਰੈਸ ਐਂਟਰੀ, ਨੋਟਸ ਵੀ ਕਢਵਾਏ, ਸਾਰਾ ਕੁਝ ਪਾਸ ਹੈ, ਬਟ ਸਟਿਲ ਨੋ ਰਿਜ਼ਲਟ, ਸਟਿਲ ਸੇਇੰਗ ਕਾਜ਼ ਆਫ ਕੋਵਿਡ। ਕੋਈ ਸੁਜੈਸ਼ਨ ਇਹਨਾਂ ਲਈ ਤੁਹਾਡੇ ਕੋਲ? Unfortunately, we don't have any control over that. They'll have to wait and watch. COVID ਤੋਂ ਪਹਿਲਾਂ ਵੀ 8 months ਲਗਾ ਰਹੇ ਸੀ ਫਾਈਲ ਨੂੰ, 6 months ਉਹਨਾਂ ਦਾ ਜੈਨੂਇਨ ਟਾਈਮ ਹੈਗਾ, ਤੇ ਉਹਨਾਂ ਨੇ ਜਿਹੜਾ ਟਾਈਮ ਲਾਈਨ ਬਣਾਇਆ ਹੋਇਆ, ਜਦੋਂ ਤੁਸੀਂ ਪ੍ਰੋਫਾਈਲ ਸਬਮਿਟ ਕਰ ਦਿੰਦੇ ਹੋ ਉੱਥੇ ਇੱਕ ਲਾਈਨ ਜੀ ਆ ਜਾਂਦੀ, ਹਾਂਜੀ ਜੀ ਐਲੋ ਜੀ ਇਹ ਤੁਹਾਡਾ ਪ੍ਰੋਫਾਈਲ ਦਾ ਐਂਡ ਡੇਟ ਹੈ, ਇਸ ਤਰੀਕ ਤੱਕ ਤੁਹਾਨੂੰ ਰਿਜ਼ਲਟ ਮਿਲ ਜਾਏਗਾ। ਬਟ ਮੇਰੇ ਆਪਣੇ ਕੈਂਡੀਡੇਟਸ ਨੇ, ਆਪਣੇ ਐਪਲੀਕੈਂਟਸ ਨੇ ਜਿਹੜੇ ਮੇਰੇ ਕਲਾਇੰਟਸ ਨੇ, ਉਹਨਾਂ ਦਾ ਰਿਜ਼ਲਟ 8 to 10 months 'ਚ ਆਇਆ ਬਿਫੋਰ ਕੋਵਿਡ। ਸੋ ਦਿਸ ਇਜ਼ ਜਸਟ ਬਟ ਓਬਵੀਅਸ ਕਿ ਉਹਨਾਂ ਦਾ ਹੋਏਗਾ ਹੀ ਹੋਏਗਾ, ਬਟ ਜਸਟ ਬੀ ਅ ਲਿਟਲ ਬਿਟ ਪੇਸ਼ੈਂਟ। ਜੇ ਉਹਨਾਂ ਦਾ ਸਾਰਾ ਕੁਝ ਹੋ ਗਿਆ, ਤੁਸੀਂ ਨੋਟਸ ਵੀ ਕਢਵਾ ਲਏ, ਸਭ ਕੁਝ ਹੋ ਗਿਆ, ਇਟਸ ਜਸਟ ਅਰਾਊਂਡ ਦ ਕੋਰਨਰ। ਜਦੋਂ ਇਹਨਾਂ ਦਾ ਮੈਡੀਕਲ ਆਏ, ਦੈਟ ਇਜ਼ ਅ ਗ੍ਰੀਨ ਸਿਗਨਲ ਕਿ ਉਹਨਾਂ ਦਾ ਕੰਮ ਹੋ ਗਿਆ। ਜੀ, ਮੈਨੂੰ ਲੱਗਦਾ ਇੱਕ ਰਿਸ਼ਤਿਆਂ 'ਚ ਪੇਸ਼ੈਂਸ ਚਾਹੀਦਾ, ਤੇ ਇੱਕ ਜਦੋਂ ਤੁਸੀਂ ਲਾ ਲਓ ਆਪਣੀ ਫਾਈਲ, ਤੇ ਜਾਂ ਜਦੋਂ ਤੁਸੀਂ ਕਰ ਲਓ ਆਇਲਸ। ਰਿਸ਼ਤਿਆਂ 'ਚ ਪੇਸ਼ੈਂਸ ਤੇ ਇੱਥੇ ਪੇਸ਼ੈਂਸ, ਇਮੀਗ੍ਰੇਸ਼ਨ ਵਾਲਿਆਂ ਨਾਲ ਪੇਸ਼ੈਂਸ ਚਾਹੀ ਕੰਮ ਚੱਲਦਾ 110%। ਚਲੋ, ਸਾਡੇ ਕੋਲ ਇੱਕ ਕਾਲਰ ਨੇ ਜੀ, ਗੁਰਨੀਤ ਜੀ। ਹੈਲੋ, ਹਾਂਜੀ, ਮੈਂ ਗੁਰਨੀਤ ਬੋਲ ਰਿਹਾ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੁਐਸਚਨ ਪੁੱਛਣਾ ਸੀ। ਮੈਂ ਚਰਚ ਚਿਕਨ ਦੇ ਕੰਮ ਕਰਦਾ ਸੀਗਾ ਜੀ, ਐਜ਼ ਅ ਸ਼ਿਫਟ ਲੀਡਰ ਕੰਮ ਕਰਦਾ ਸੀਗਾ, ਤੇ ਉਹਨੂੰ ਹੋ ਗਿਆ 2-2.5 ਸਾਲ ਹੋ ਗਏ ਕੰਮ ਕਰਦੇ ਉੱਥੇ ਜੀ। ਤੇ ਉਹ ਮੇਰਾ ਐਕਸਪੀਰੀਅੰਸ ਜਿਹੜਾ ਪੁਰਾਣਾ ਵਾ ਉਹ ਐਡ ਹੋ ਸਕਦਾ ਉਹਦੇ ਵਿੱਚ, ਨਿਊ ਵਰਕਮੈਂਟ ਜਿਹੜਾ ਫਾਈਲ ਵਿੱਚ ਕਿ ਨਹੀਂ? ਹਾਂਜੀ ਗੁਰਨੀਤ ਜੀ, ਥੈਂਕ ਯੂ ਫॉर ਦ ਕੁਐਸਚਨ। ਬਿਲਕੁਲ ਹੋ ਸਕਦਾ ਹੈ ਤੁਹਾਡਾ ਐਕਸਪੀਰੀਅੰਸ। ਹਾਂਜੀ, ਐਕਸਪ੍ਰੈਸ ਐਂਟਰੀ ਵਾਸਤੇ 12 ਮਹੀਨੇ ਦਾ ਐਕਸਪੀਰੀਅੰਸ ਰਿਕੁਆਇਰਡ ਹੁੰਦਾ ਔਨ ਵਰਕ ਪਰਮਿਟ। ਜਦੋਂ ਤੁਹਾਡੇ 12 ਮਹੀਨੇ ਪੂਰੇ ਹੋ ਜਾਣ, ਤੁਸੀਂ ਆਪਣੀ ਪ੍ਰੋਫਾਈਲ ਪਾ ਸਕਦੇ ਹੋ, ਬਟ ਤੁਸੀਂ ਆਪਣਾ ਪਿਛਲਾ ਵੀ ਐਕਸਪੀਰੀਅੰਸ ਕਾਊਂਟ ਕਰਵਾ ਸਕਦੇ ਹੋ ਉਸ ਦੇ ਵਿੱਚ। ਓਕੇ, ਜਿਹੜਾ ਸ਼ਿਫਟ ਲੀਡਰ ਆ ਮੈਂ ਸੁਪਰਵਾਈਜ਼ਰ ਲੈਟਰ ਲੈਣੀ ਉੱਥੇ ਲਿਖਵਾਉਣਾ? ਹਾਂਜੀ ਜੀ, ਸ਼ਿਫਟ ਲੀਡਰ ਹੈ। ਸ਼ਿਫਟ ਲੀਡਰ ਇਜ਼ ਇਕੁਇਵਲੈਂਟ ਟੂ ਫੂਡ ਸਰਵਿਸ ਸੁਪਰਵਾਈਜ਼ਰ। ਓਕੇ ਜੀ। ਤੇ ਆਪਣਾ ਹੋਰ ਤੇ ਆਪਣਾ ਐਕਸਪੀਰੀਅੰਸ ਕਾਊਂਟ ਹੋਣਾ ਜਦੋਂ ਆਪਾਂ ਵਰਕਮੈਂਟ ਅਪਲਾਈ ਕਰਦੇ ਹਾਂ ਉਦੋਂ ਸ਼ੁਰੂ ਹੋ ਜਾਂਦਾ ਕਿ? ਹਾਂਜੀ, ਉਦੋਂ ਹੀ ਸ਼ੁਰੂ ਹੋ ਜਾਂਦਾ ਹੈ। ਲੈਟਸ ਸੇ ਤੁਸੀਂ ਜੇ ਬਾਈ ਚਾਂਸ ਲਾਸਟ ਮੰਥ ਅਪਲਾਈ ਕੀਤਾ ਸੀ ਵਰਕ ਪਰਮਿਟ, ਤੇ ਤੁਹਾਡਾ ਵਰਕ ਪਰਮਿਟ ਹਜੇ ਵੀ ਇਨ ਪ੍ਰੋਸੈਸ ਹੈਗਾ, ਤੇ ਉਹਨੂੰ ਇੰਪਲਾਈਡ ਸਟੇਟਸ ਕਹਿੰਦੇ, ਪਰ ਤੁਹਾਡਾ ਐਕਸਪੀਰੀਅੰਸ ਉਦੋਂ ਤੋਂ ਸ਼ੁਰੂ ਹੁੰਦਾ ਜਦੋਂ ਤੁਸੀਂ ਅਪਲਾਈ ਕਰ ਦਿੰਦੇ ਹੋ ਵਰਕ ਪਰਮਿਟ। ਓਕੇ ਜੀ, ਤੇ ਆਪਾਂ ਨੂੰ 30+ ਆਵਰਸ ਲਾਣੇ ਹੁੰਦੇ ਆ? ਹਾਂਜੀ, 30+ ਆਵਰਸ। ਓਕੇ, ਥੈਂਕ ਯੂ ਜੀ। ਓਕੇ ਜੀ, ਓਕੇ, ਥੈਂਕ ਯੂ। ਥੈਂਕ ਯੂ ਜੀ। ਇਕਬਾਲ, ਹਾਂਜੀ। ਹੈਲੋ, ਹਾਂਜੀ ਇਕਬਾਲ, ਸਤਿ ਸ਼੍ਰੀ ਅਕਾਲ ਜੀ। ਮੈਂ ਕਲੀਅਰ ਕਰਨਾ ਸੀਗਾ, ਜਿੱਦਾਂ ਮੈਂ ਪਹਿਲਾਂ ਲੇਬਰ ਫਾਰਮਿੰਗ ਤੇ ਸੀਗਾ ਵਰਕ ਪਰਮਿਟ ਤੇ, ਐਂਡ ਹੁਣ ਮੈਂ ਚੇਂਜ ਕੀਤਾ ਡਰਾਈਵਰ ਇੰਸਟਾਲਰ 'ਚ ਜੀ। ਤੇ ਮੇਰਾ 1 ਸਾਲ ਦਾ ਐਕਸਪੀਰੀਅੰਸ ਆ, ਤੇ ਜਿੱਦਾਂ ਮੇਰਾ ਅਪਲਾਈ ਕੀਤਾ ਹੋਇਆ ਸੀਗਾ, ਹਜੇ ਤੱਕ ਉਹਦਾ ਕੋਈ ਵਰਕ ਪਰਮਿਟ ਦਾ ਰਿਪਲਾਈ ਨਹੀਂ ਆਇਆ ਸੀਗਾ, ਤੇ ਉਹਨਾਂ ਨੇ ਮੈਨੂੰ ਉੱਦਾਂ ਅਥਰਾਈਜੇਸ਼ਨ ਦੇ ਰੱਖੀ ਆ ਨਿਊ ਇੰਪਲਾਇਰ ਦੇ ਨਾਲ। ਮੇਰਾ 1 ਸਾਲ ਹੋ ਗਿਆ ਆਲਮੋਸਟ, ਉਹ ਹਜੇ ਤੱਕ ਆਇਆ ਨਹੀਂ, ਬਟ ਜਿਹੜਾ ਮੇਰਾ ਐਕਸਪੀਰੀਅੰਸ ਹੈ ਇਨਕਲੂਡ ਹੋਊਗਾ ਫਾਈਲ ਦੇ ਅੰਦਰ? ਹਾਂਜੀ ਇਕਬਾਲ ਜੀ, ਦੈਟਸ ਅ ਵੈਲਿਡ ਕੁਐਸਚਨ। ਤੁਹਾਡਾ ਜ਼ਰੂਰ ਇਹ ਬਿਲਕੁਲ ਇਨਕਲੂਡ ਹੋਏਗਾ, ਬਿਕੋਜ਼ ਤੁਸੀਂ ਰੈਲੇਵੈਂਟ ਐਕਸਪੀਰੀਅੰਸ ਦੇ ਨਾਲ ਚੈੱਕਸ ਵੀ ਲੈ ਰਹੇ ਹੋ ਉਹਨਾਂ ਤੋਂ, ਤੇ ਉੱਥੇ ਕੰਮ ਕਰ ਰਹੇ ਹੋ। ਸੋ ਇਹ ਐਕਸਪੀਰੀਅੰਸ ਜ਼ਰੂਰ ਕਾਊਂਟ ਹੋਏਗਾ। ਤੁਸੀਂ ਆਪਣੇ ਜਿਨ੍ਹਾਂ ਤੋਂ ਤੁਸੀਂ ਅਪਲਾਈ ਕਰਵਾਇਆ ਸੀ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਉਹ ਤੁਹਾਡਾ ਵੈਬ ਫਾਰਮ ਵਿੱਚ ਤੁਹਾਡੀ ਇਨਕੁਆਇਰੀ ਪਾ ਕੇ ਦੇਖ ਲੈਣ ਕਿ ਇੰਨਾ ਟਾਈਮ ਕਿਉਂ ਲੱਗ ਰਿਹਾ, ਐਂਡ ਉਹਦੇ ਨਾਲ ਪਤਾ ਲੱਗ ਸਕਦਾ ਕਿ ਤੁਹਾਡੀ ਫਾਈਲ ਕਿੱਥੇ ਹੈ। ਓਕੇ, ਮਾਰਚ 'ਚ ਉਹਨਾਂ ਨੇ ਦੱਸਿਆ ਸੀਗਾ ਵੀ ਮਾਰਚ ਤੱਕ, ਲਾਸਟ ਈਅਰ ਮੈਂ ਮਾਰਚ 'ਚ ਅਪਲਾਈ ਕੀਤਾ ਸੀ, ਹੁਣ ਆ ਮਾਰਚ ਮੇਰਾ 1 ਸਾਲ ਹੋ ਜਾਣਾ ਪੂਰਾ। ਉਹਨਾਂ ਨੇ ਮਾਰਚ ਤੱਕ ਦਾ ਟਾਈਮ ਦਿੱਤਾ ਵੀ ਉਹਦਾ ਡਿਸੀਜਨ ਆ ਜਾਊਗਾ। ਜੀ, ਸੋ ਜਸਟ ਹੈਵ ਅ ਲਿਟਲ ਬਿਟ ਪੇਸ਼ੈਂਸ ਇਕਬਾਲ ਜੀ। ਅਨਫੋਰਚੂਨੇਟਲੀ ਦੇ ਆਰ ਕੁਆਇਟ ਬਿਜ਼ੀ ਰਾਈਟ ਨਾਓ, ਸੋ ਬਸ ਥੋੜ੍ਹੀ ਜਿਹੀ ਪੇਸ਼ੈਂਸ ਰੱਖੋ। ਜੇ ਉਹਨਾਂ ਨੇ ਮਾਰਚ ਤੱਕ ਕਿਹਾ, ਤੇ ਜ਼ਰੂਰ ਮਾਰਚ ਦੇ ਨੇੜੇ ਤੇੜੇ ਤੁਹਾਡਾ ਡਿਸੀਜਨ ਜ਼ਰੂਰ ਆ ਜਾਏਗਾ। ਓਕੇ, ਤੇ ਮੈਂ ਇਹਨੂੰ ਹੁਣ ਜਿਹੜੇ ਹੁਣ ਐਕਸਪ੍ਰੈਸ ਐਂਟਰੀ ਹੈ, ਇਹਦੇ ਵਿੱਚ ਮੈਂ ਪਾ ਸਕਦਾ ਇਹਦੇ ਵਿੱਚ ਫਾਈਲ ਜਾਂ PNB? ਹਾਂਜੀ, ਜੇ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਗਿਆ ਤੇ ਤੁਹਾਡੇ ਕੋਲ ਰੈਲੇਵੈਂਟ ਪੇ ਸਟਬਸ ਵਗੈਰਾ ਸਭ ਕੁਝ ਹੈਗਾ, ਤਾਂ ਤੁਸੀਂ ਪਾ ਸਕਦੇ ਹੋ। ਹਾਂਜੀ ਜਸਮਿੰਦਰ ਜੀ। ਹਾਂਜੀ ਮੈਡਮ, ਮੈਂ ਪੁੱਛਣਾ ਸੀਗਾ ਕਿ ਜਿੱਦਾਂ ਮਤਲਬ ਮੈਂ ਅਪਲਾਈ ਕੀਤਾ ਸੀਗਾ ਆਪਣਾ ਵਰਕ ਸਪੋਜ਼ਲ ਓਪਨ ਵਰਕ ਪਰਮਿਟ। ਹਾਂਜੀ ਜੀ, ਉਦੋਂ ਕੀਤਾ ਸੀਗਾ ਪਿਛਲੀ ਅਗਸਤ ਵਿੱਚ। ਪਹਿਲਾਂ ਮੈਂ ਸਟੂਡੈਂਟ ਸੀਗਾ ਜੀ, ਤੇ
ਹਾਂਜੀ ਮੈਂ ਮਤਲਬ ਪੜ੍ਹਾਈ ਕੁਛ ਕਰਨਾ ਕਰਕੇ ਛੱਡਤੀ ਤੇ ਬਾਅਦ ਚੋਂ ਮੈਰਿਜ ਕਰਾ ਕੇ ਤੇ ਮੈਂ ਅਗਸਤ 'ਚ ਅਪਲਾਈ ਕੀਤਾ ਸੀਗਾ ਹਾਂਜੀ। ਤੇ ਮੇਰਾ ਨਵੰਬਰ ਮਹੀਨੇ ਆ ਗਿਆ ਸੀਗਾ ਵਰਕ ਪਰਮਿਟ। ਹੂੰ। ਤੇ ਮਤਲਬ ਮੈਂ ਜਿਹੜਾ ਉਹ ਮੇਰਾ ਵਰਕ ਐਕਸਪੀਰੀਅੰਸ ਕਾਊਂਟ ਹੋਊਗਾ? ਮੈਂ ਮਤਲਬ ਸੁਪਰਵਾਈਜ਼ਰ ਐਜ਼ ਕੰਮ ਕਰਦਾ ਵੇਅਰ ਹਾਊਸ 'ਚ। ਹਾਂਜੀ ਬਿਲਕੁਲ ਕਾਊਂਟ ਹੋਏਗਾ। ਉਦੋਂ ਤੋਂ ਹੀ ਜਦੋਂ ਤੋਂ ਮੈਂ ਅਪਲਾਈ ਕੀਤਾ ਸੀਗਾ। ਹਾਂਜੀ ਹਾਂਜੀ ਚਲੋ ਠੀਕ ਹੈ ਮੈਮ, ਥੈਂਕ ਯੂ। ਠੀਕ ਹੈ ਥੈਂਕ ਯੂ ਜੀ। ਅਗਲੇ ਕਾਲਰ ਨੇ ਜੀ, ਤੁਸੀਂ ਤਿਆਰ ਹੀ ਰਹੋ ਬਸ। ਜੀ, ਮਨਪ੍ਰੀਤ। ਹੈਲੋ ਮਨਪ੍ਰੀਤ। ਹੈਲੋ ਹਾਂਜੀ ਹਾਂਜੀ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਲੰਬਿੰਗ ਨੋਕ ਬੀ ਵਿੱਚ ਆਉਂਦੀ ਰਾਈਟ? ਹਾਂਜੀ ਜੀ ਮੈਂ ਪਹਿਲੇ ਕੰਮ ਕਰਦਾ ਸੀਗਾ ਜਿਵੇਂ ਕਿਸੇ ਪਲੰਬਿੰਗ ਕੰਪਨੀ ਨਾਲ, ਮਤਲਬ ਹੁਣ ਨਹੀਂ ਕਰਦਾ, ਜੀ। ਬਟ ਇਹਦੇ ਵਿੱਚ ਕੋਈ ਪੋਜੀਸ਼ਨ ਤੇ ਨਹੀਂ ਹੁੰਦੀ ਕਿ ਪਲੰਬਿੰਗ ਵਿੱਚ ਐਜ਼ ਅ ਹੈਲਪਰ ਕੰਮ ਕਰਦਾ ਜਾਂ ਕਿਸੇ ਵੀ ਤਰੀਕੇ ਦਾ ਕੰਮ ਕਰਦਾ ਹੋਵੇ? ਮਤਲਬ ਪੇ ਸਟੈਪ ਹੋਣੀ ਚਾਹੀਦੀ ਲਾਈਕ 40 hours per week for 1 year, ਰਾਈਟ? ਯੂ ਹੈਵ ਟੂ ਬੀ ਅ ਪਲੰਬਰ ਮਨਪ੍ਰੀਤ, ਰਾਈਟ? ਸੋ ਮਨਪ੍ਰੀਤ ਜੀ ਤੁਹਾਨੂੰ ਪਲੰਬਿੰਗ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਐਜ਼ ਅ ਪਲੰਬਰ ਹੈਲਪਰ ਐਂਡ ਪਲੰਬਰ ਇਟਸੈਲਫ ਇਜ਼ 2 ਡਿਫਰੈਂਟ ਪੋਜੀਸ਼ਨਸ। ਮਤਲਬ ਮੈਨੂੰ ਪੇ ਸਟੈਪ ਮਿਲ ਰਹੀ ਸੀ ਜਿਵੇਂ ਪਲੰਬਿੰਗ ਕੰਪਨੀ ਵਿੱਚ, ਹੁਣ ਮੈਨੂੰ ਨਹੀਂ ਪਤਾ ਉਹ ਐਜ਼ ਅ ਹੈਲਪਰ ਹੁੰਦੇ ਜਾਂ ਕਿੱਦਾਂ ਹੁੰਦੇ, ਮੈਨੂੰ ਪਤਾ ਨਹੀਂ ਇਸ ਵਿੱਚ ਪੋਜੀਸ਼ਨ ਵੀ ਹੁੰਦੀ ਕੋਈ? ਨਹੀਂ ਜੀ, ਉਹ ਤੁਹਾਨੂੰ ਆਪਣੇ ਜਿਹੜੇ ਇੰਪਲੋਇਰ ਹੈਗੇ ਨੇ ਉਹਨਾਂ ਨਾਲ ਸਪਸ਼ਟ ਕਰਨਾ ਪਏਗਾ ਕਿ ਤੁਹਾਨੂੰ ਐਜ਼ ਕੀ ਕਰਾ ਰਹੇ ਸੀ। ਜੇ ਤੁਸੀਂ ਐਜ਼ ਅ ਪਲੰਬਰ ਕੰਮ ਕਰ ਰਹੇ ਸੀ ਤਾਂ ਆਫਕੋਰਸ ਤੁਸੀਂ ਪਲੰਬਰ ਹੀ ਹੋਵੋਗੇ। ਤੇ ਇਹਦੇ ਵਿੱਚ ਕੋਈ ਇਦਾਂ ਤਾਂ ਨਹੀਂ ਹੁੰਦਾ ਕਿ ਸਿਰਫ ਮਤਲਬ ਕੋਈ ਜਿਵੇਂ ਕੋਈ ਮੰਨੀਆਂ ਹੋਈਆਂ ਕੰਪਨੀਆਂ ਤੇ ਨਹੀਂ, ਮਤਲਬ ਕਿਸੇ ਵੀ ਕੰਪਨੀ ਮੈਂ ਸਾਰੀ ਨਹੀਂ ਜੀ, ਇਹ ਕੋਈ ਨਹੀਂ ਹੈਗਾ ਕਿ ਮੰਨੀ ਹੋਈ ਕੰਪਨੀ ਹੋਣੀ ਚਾਹੀਦੀ ਹੈ। ਦ ਕੰਪਨੀ ਹੈਜ਼ ਟੂ ਬੀ 1 year old ਜੇ ਤੁਸੀਂ PNP ਦੇ ਵਿੱਚ ਆਪਣਾ ਪ੍ਰੋਫਾਈਲ ਪਾਣਾ ਹੈ। ਓਕੇ ਜੀ, ਓਕੇ। ਆਈ ਸੀਗਾ ਕੋਈ। ਧੰਨਵਾਦ Okay ਜੀ। ਮਨਪ੍ਰੀਤ। ਸਾਡੇ ਅਗਲੇ ਕਾਲਰ ਨੇ ਪ੍ਰੀਤ। ਹਾਂਜੀ ਪ੍ਰੀਤ। ਹਾਂਜੀ ਮੈਡਮ, ਉਹ ਨਾ ਫਿਰ ਜਿੱਦਾਂ ਇਹ ਮੇਰਾ ਵਰਕ ਪਰਮਿਟ ਐਕਸਟੈਂਡ ਹੋ ਸਕਦਾ ਜੀ? ਵਰਕ ਪਰਮਿਟ ਤੁਹਾਡਾ ਕਿਹੜਾ ਸੀ ਪ੍ਰੀਤ? ਬੌਂਡਡ ਸੀ ਕਿ ਓਪਨ ਸੀ? ਹਾਂਜੀ ਨਹੀਂ, ਬੌਂਡਡ ਸੀਗਾ ਜੀ, ਕੰਸਟਰਕਸ਼ਨ ਲੇਬਰ ਦਾ ਸੀਗਾ ਜੀ, ਫਰੇਮਿੰਗ ਦਾ। ਫਰੇਮਿੰਗ ਦਾ। ਤੇ ਹੁਣ ਤੁਸੀਂ ਕਿਹੜਾ ਵਾਲਾ ਲੈ ਰਹੇ ਹੋ? ਫਰੇਮਿੰਗ ਦਾ ਹੀ ਹੈ? ਉਹ ਹਾਂਜੀ ਫਰੇਮਿੰਗ ਦਾ ਹੀ ਲੈਣਾ ਜੀ। ਉਹਨਾਂ ਨੇ ਅਪਲਾਈ LMO ਆਪਦੀਆਂ ਵਰਕ ਪਰਮਿਟ ਅਪਲਾਈ ਕੀਤੇ ਹੋਏ ਨੇ, ਸੋ ਕੋਵਿਡ ਕਰਕੇ ਉਹ ਲੇਟ ਨੇ ਜੀ। ਤੇ ਹੁਣ ਤੁਹਾਡਾ ਕੀ ਸਟੇਟਸ ਹੈ? ਮੈਂ ਐਜ਼ ਏ ਵਿਜ਼ਟਰ ਅਪਲਾਈ ਕੀਤਾ ਸੀ ਮੈਮ, ਫਿਰ ਹਾਂਜੀ, ਜੇ ਤੁਸੀਂ ਵਰਕ ਪਰਮਿਟ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਵਰਕ ਪਰਮਿਟ ਅਪਲਾਈ ਕਰ ਲੈਂਦੇ ਤੇ ਪੋਸੀਬਲ ਹੈਗਾ ਕਿ ਉਹ ਤੁਹਾਡੀ ਅਪਲਾਈਡ LMI ਦੇ ਬੇਸ ਤੇ ਤੁਹਾਨੂੰ ਵਰਕ ਪਰਮਿਟ ਐਕਸਟੈਂਸ਼ਨ ਦੇ ਦਿੰਦੇ ਥੋੜੀ ਦੇਰ ਦੀ। ਬਟ ਜਸਟ ਬਿਕੋਜ਼ ਤੁਸੀਂ ਵਿਜ਼ਿਟਰ ਅਪਲਾਈ ਕਰ ਲਈ ਹੈ, ਤੁਹਾਨੂੰ ਹੁਣ LMO ਦੀ ਹੀ ਵੇਟ ਕਰਨੀ ਪਏਗੀ। ਉਹ ਠੀਕ ਹੈ ਜੀ। ਹਾਂਜੀ ਥੈਂਕ ਯੂ ਮੈਮ। ਓਕੇ, ਧੰਨਵਾਦ ਪ੍ਰੀਤ। ਸਾਡੇ ਅਗਲੇ ਕਾਲਰ ਨੇ ਸਿਮੀ। ਹਾਂਜੀ ਸਿਮੀ। ਹਾਈ ਹਾਂਜੀ। ਹਰਸਿਮਰਨ ਜੀ। ਹਾਈ। ਐਕਚੁਅਲੀ ਮੇਰਾ ਕੁਐਸਚਨ ਸੀ, ਮੈਨੂੰ ਇਸ ਡਰਾਅ 'ਚ ਲਾਈਕ ਮੇਰੀ ਇਨਵੀਟੇਸ਼ਨ ਆ ਗਈ ਸੀ ਤੇ ਲਾਈਕ ਮੈਂ ਜਿੱਥੇ ਨੌਕ ਲੈਵਲ ਜਿੱਥੇ ਸੁਪਰਵਾਈਜ਼ਰ ਆ ਉੱਥੇ ਲਾਈਕ ਮੈਂ ਜੌਬ ਅਜੇ ਵੀ ਕੰਟੀਨਿਊ ਕਰ ਰਹੀ ਹਾਂ ਤੇ ਇਜ਼ ਇਟ ਓਕੇ ਕਿ ਮੈਂ ਹੁਣ ਜੌਬ ਛੱਡ ਸਕਦੀ ਹਾਂ ਉੱਧਰੋਂ ਕਿ ਆਈ ਹੈਵ ਟੂ ਸਟਿਲ ਕੰਟੀਨਿਊ ਟਿਲ ਮਾਈ ਆਈ ਗੈਟ ਮਾਈ PR? You have to update your profile then, Simi. You will have to update the profile ਕਿ ਤੁਸੀਂ ਆਪਣੀ ਜੌਬ ਛੱਡਤੀ ਹੈ ਤੇ ਜੋ ਵੀ ਤੁਸੀਂ ਹੁਣ ਜੌਬ ਕਰ ਰਹੇ ਹੋ ਤੁਸੀਂ ਉਹਨੂੰ ਕੰਟੀਨਿਊ ਨਹੀਂ ਦਿਖਾ ਸਕਦੇ। ਤੁਹਾਨੂੰ ਆਪਣੀ ਜਿਹੜੀ ਇਨਵੀਟੇਸ਼ਨ ਹੈਗੀ ਹੈ ਉਹਨੂੰ ਕਰਕੇ ਕਿ you have stopped working until let's say today or tomorrow whenever you quit, ਤੁਹਾਨੂੰ ਉਹ ਅਪਡੇਟ ਕਰਕੇ ਫਿਰ ਆਪਣੀ ਸਾਰੀ ਉੱਥੇ ਫਾਈਲ ਅਕੋਰਡਿੰਗਲੀ ਪਾਣੀ ਪਏਗੀ। ਓਕੇ, ਮੀਨਸ ਹੁਣ ਜਿੱਦਾਂ ਮੈਂ ਸਬਮਿਟ ਕਰਨੀ ਹੈ ਫਾਈਲ ਆਪਣੀ ਜੀ, ਤੇ ਜੇ ਮੈਂ ਹੁਣ ਅਪਡੇਟ ਕਰਕੇ ਕਰ ਸਕਦੀ ਹਾਂ ਕਿ ਨਹੀਂ? ਹੁਣ ਇਨਵੀਟੇਸ਼ਨ ਆ ਗਈ ਹੈ ਤੇ ਹੁਣ ਮੈਂ ਅਪਡੇਟ ਨਹੀਂ ਕਰ ਸਕਦੀ? ਨਹੀਂ, ਜਦੋਂ ਤੁਹਾਡੀ ਇਨਵੀਟੇਸ਼ਨ ਆਈ ਸੀ ਯੂ ਵਰ ਸਟਿਲ ਕਰੰਟਲੀ ਵਰਕਿੰਗ, ਤੁਸੀਂ ਛੱਡੀ ਨਹੀਂ ਸੀ ਜੌਬ, ਰਾਈਟ? ਹਾਂਜੀ, ਫਿਰ ਤੇ ਤੁਹਾਡੀ ਜਿਹੜੇ ਪ੍ਰੀਵੀਅਸ ਐਕਸਪੀਰੀਅੰਸ ਹੈ ਉਸੇ ਬੇਸ ਤੇ ਇਨਵੀਟੇਸ਼ਨ ਆਈ ਹੈ, ਸੋ ਇਟਸ ਓਕੇ। ਓਕੇ, ਹਾਂਜੀ, ਫਾਈਨ। ਥੈਂਕ ਯੂ ਸਿਮੀ। ਓਕੇ ਜੀ। ਸਾਡੇ ਅਗਲੇ ਕਾਲਰ ਨੇ ਜਸਜੀਤ। ਸਤਿ ਸ਼੍ਰੀ ਅਕਾਲ ਜਸਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਮ ਮੈਂ ਤਾਂ ਇੰਡੀਆ ਤੋਂ ਫਾਈਲ ਲਾਉਣ ਬਾਰੇ ਕੁਐਸਚਨ ਸੀਗਾ ਮੇਰਾ। ਹਾਂਜੀ, ਇੱਕ ਲਾਈਕ ਮੇਰੀ ਸਿਸਟਰ ਲਈ ਮੈਂ ਫਾਈਲ ਲਾਉਣੀ ਆ, ਉਹਦੇ ਨਾ ਪੁਆਇੰਟਸ ਤਾਂ ਬਣਦੇ ਆ ਅਰਾਊਂਡ 465 ਜੀ। ਤੇ ਉਹ ਕੁਝ ਹੈਗਾ ਕਿ ਐਕਸਪੈਕਟਡ ਕਿ ਕਦੋਂ ਤੱਕ ਆ ਸਕਦਾ ਹੈ, ਜਾਂ ਆਪਾਂ ਜੇ ਐਨਹਾਂਸ ਕਰਨੇ ਹੋਣ ਥੋੜੇ ਸਕੋਰ ਤਾਂ ਕਿੱਦਾਂ ਕਰ ਸਕਦੇ ਹਾਂ, ਕਿਹੜੀ ਚੀਜ਼ ਐਡੀਸ਼ਨ ਕਰ ਸਕਦੇ ਹਾਂ? ਐਡੀਸ਼ਨ 'ਚ ਤੇ ਹਜੇ ਫਿਲਹਾਲ ਤੁਸੀਂ ਕੁਝ ਨਹੀਂ ਕਰ ਸਕਦੇ। ਸ਼ੀ ਹੈਜ਼ ਅ ਰੀਲੀ ਗੁੱਡ ਸਕੋਰ ਐਜ਼ ਇਜ਼ 465 ਤੇ ਪਿਛਲਾ ਜਿਹੜਾ ਡਰਾਅ ਆਇਆ ਸੀ ਮੇਰੇ ਕਾਫੀ ਐਪਲੀਕੈਂਟਸ ਨਿਕਲੇ ਨੇ ਐਟ 462 ਐਜ਼ ਵੈਲ। ਸੋ ਥੋੜ੍ਹੀ ਜਿਹੀ ਬਸ ਪੇਸ਼ੈਂਸ ਰੱਖੋ ਬਿਕੋਜ਼ ਅੱਜ ਕੱਲ੍ਹ ਉਹ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਪੱਕਾ ਕਰਨ 'ਚ ਜ਼ਿਆਦਾ ਉਤਸੁਕ ਹੈਗੇ ਨੇ। ਸੋ ਜਸਟ ਕੀਪ ਯੋਰ ਆਈ ਆਊਟ ਤੇ ਇਫ ਯੂ ਨੀਡ ਐਨੀ ਸੋਰਟ ਆਫ ਹੈਲਪ ਯੂ ਕੈਨ ਕੰਟੈਕਟ ਆਰ ਆਫਿਸ। ਓਕੇ, ਤੇ ਮੈਮ ਇੱਕ ਚੀਜ਼ ਹੋਰ, ਜਿਹੜੇ ਪੁਆਇੰਟਸ ਜਿੱਦਾਂ ਉਹਦੇ ਕੋਲ ਆਲਮੋਸਟ ਲਾਈਕ 3 years ਦਾ ਐਕਸਪੀਰੀਅੰਸ ਆ, ਉਹ ਪੁਆਇੰਟਸ ਵਧੂਗੇ ਜਿੱਦਾਂ ਨੈਕਸਟ ਮੰਥ ਉਹਦੇ 3 ਸਾਲ ਤੋਂ ਉੱਤੇ ਹੋ ਜਾਣਾ? ਹਾਂਜੀ, ਦੇ ਆਟੋਮੈਟਿਕਲੀ ਇਨਕਰੀਜ਼ ਦੈਟ।
ਉਹ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈ। ਨਹੀਂ ਜੀ ਨਹੀਂ, ਉਹ ਆਟੋਮੈਟਿਕ ਇਨਕਰੀਜ਼ ਹੋ ਜਾਂਦਾ, ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ ਈਮੇਲ 'ਚ। ਚਲੋ ਠੀਕ ਹੈ, ਥੈਂਕਸ। ਯੂ ਵੈਲਕਮ ਜੀ। ਥੈਂਕ ਯੂ ਜਸਜੀਤ। ਸਤਿ ਸ਼੍ਰੀ ਅਕਾਲ ਦੀਪ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ, ਮੇਰਾ ਕੁਐਸਚਨ ਸੀਗਾ ਰਿਲੇਟਡ ਇਮੀਗ੍ਰੇਸ਼ਨ, ਪਰ ਮੇਰੇ ਦੋ ਸਿਚੁਏਸ਼ਨ ਆ, ਤੁਸੀਂ ਦੋਨਾਂ ਵਿੱਚ ਮੈਨੂੰ ਆਨਸਰ ਦੇ ਸਕਦੇ ਆ ਤੇ ਮੈਂ ਉਹਨਾਂ ਦਾ ਪੁੱਛਦਾ ਤੁਹਾਡੇ ਕੋਲ ਕੁਐਸਚਨ ਜੀ। ਫਸਟਲੀ ਮੇਰਾ 1 year ਦਾ ਐਕਸਪੀਰੀਅੰਸ ਆ ਐਜ਼ ਇਨ ਅ ਨੋਗ ਲੈਵਲ D ਵਿੱਚ, ਸੌਰੀ 0 'ਚ, ਤੇ ਮੇਰੇ 6.5 ਈਚ ਬੈਂਡ ਆ, ਹੈ ਨਾ। ਤੇ ਸੈਕਿੰਡ ਮੈਂ ਇੱਕ ਤੇ ਇਹਦੇ ਬਾਰੇ ਪੁੱਛਣਾ ਸੀਗਾ ਕਿ ਮੈਂ ਇਹਦੇ ਐਕਸਪ੍ਰੈਸ ਐਂਟਰੀ 'ਚ ਛੇਤੀ ਕਿਹਦੇ ਵਿੱਚ ਮੇਰੀ ਫਾਈਲ ਜਿੱਦਾਂ ਲੱਗ ਸਕਦੀ ਹੈ। ਸੈਕਿੰਡ ਮੈਂ ਮੈਰਿਡ ਵੀ ਕੀਤੀ ਆ ਹੁਣੇ, ਤੇ ਮੇਰੇ ਜਿਹੜੇ ਸਪਾਊਸ ਆ ਉਹ ਆਲਰੇਡੀ ਇੱਥੇ PR ਆ ਜੀ। ਮੇਰਾ ਕੁਐਸਚਨ ਇੱਦਾਂ ਆ ਕਿ ਆਈ ਮੀਨ ਟੂ ਸੇ ਕਿ ਮੈਂ ਐਕਸਪ੍ਰੈਸ ਵਿੱਚ ਫੈਡਰਲ ਆਪਣਾ ਬਾਈ ਔਨ ਜਾਵਾਂ, ਜਿਹਦੇ ਕਿ ਕਿਉਂਕਿ ਮੇਰੇ ਕੋਲ ਇੰਪਲੋਇਰ ਨਹੀਂ ਹੈਗਾ ਰਾਈਟ ਨਾਓ, ਮੈਂ ਜੋਬ ਛੱਡ ਦਿੱਤੀ ਆ, ਬਟ ਮੇਰੇ ਕੋਲ ਐਕਸਪੀਰੀਅੰਸ ਹੈਗਾ 2 year ਦਾ। ਹਾਂਜੀ, ਆਈ ਵੁੱਡ ਸੁਜੈਸਟ ਦੀਪ ਜੀ, ਜੇ ਤੁਸੀਂ ਵਿਆਹ ਕਰਾ ਹੀ ਲਿਆ ਤੇ ਕੁੜੀ PR ਹੈ, ਆਈ ਵੁੱਡ ਸੁਜੈਸਟ ਗੋ ਦੈਟ ਵੇ, ਬਿਕੋਜ਼ ਐਕਸਪ੍ਰੈਸ ਐਂਟਰੀ ਦਾ ਨੈਕਸਟ ਡਰਾ ਇਜ਼ ਅਨਪ੍ਰੈਡਿਕਟੇਬਲ, ਵੀ ਡੋਂਟ ਨੋ ਵਟ ਇਟਸ ਗੋਇੰ ਟੂ ਬੀ, ਸੋ ਆਈ ਡੋਂਟ ਵਾਂਟ ਟੂ ਗਿਵ ਯੂ ਅ ਫਾਲਸ ਹੋਪ ਕਿ ਹਾਂਜੀ ਜੀ ਤੁਹਾਡਾ ਲੱਗ ਜਾਏਗਾ। ਐਜ਼ ਬੇਸਡ ਔਨ ਯੋਰ ਐਕਸਪੀਰੀਅੰਸ, ਬੇਸਡ ਔਨ ਯੋਰ IELTS, ਯੈਸ ਯੂ ਆਰ ਕੁਆਲੀਫਾਈਡ ਫॉर ਐਕਸਪ੍ਰੈਸ ਐਂਟਰੀ, ਬਟ ਜੇ ਹੁਣ ਤੁਸੀਂ ਵਿਆਹ ਕਰਾ ਹੀ ਲਿਆ ਤੇ ਆਈ ਵੁੱਡ ਸੁਜੈਸਟ ਗੋ ਦੈਟ ਵੇ, ਬਿਕੋਜ਼ ਯੂ ਵਿਲ ਗੈਟ ਅ ਐਕਸਟੈਂਡਡ ਓਪਨ ਵਰਕ ਪਰਮਿਟ ਬੇਸਡ ਔਨ ਦੈਟ ਐਨੀਵੇਜ਼। ਓਕੇ, ਐਂਡ ਇਹਦਾ ਕਿੰਨਾ ਸਪੈਸੀਫਿਕ ਰਾਈਟ ਨਾਓ ਤੁਹਾਡੀ ਅਗਰ ਤੁਸੀਂ ਲਗਾਇਆ ਅਗਰ ਤੁਹਾਡੇ ਕਲਾਇੰਟ ਦਾ, ਤੇ ਕਿੰਨੇ ਟਾਈਮ ਤੱਕ ਦਾ ਡਿਸੀਜਨ ਆ ਜਾਂਦਾ? Within Canada, the decision time is 12 months right now. ਰਾਈਟ ਨਾਓ ਜੀ। ਓਕੇ, ਥੈਂਕ ਯੂ ਦੀਪ। ਸਾਡੇ ਅਗਲੇ ਕਾਲਰ ਨੇ ਪ੍ਰੇਮ। ਸਤਿ ਸ਼੍ਰੀ ਅਕਾਲ ਪ੍ਰੇਮ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ। ਹਾਂ, ਮੇਰਾ ਇੱਕ ਕੁਐਸਚਨ ਹੈਗਾ ਜੀ, ਜਿਵੇਂ ਮੈਂ ਮਤਲਬ ਵੀ 2014 'ਚ ਮੈਂ PR ਮੇਰੀ ਕੀਤੀ ਹੋਈ ਹੈ ਜੀ। ਤੇ 2014 'ਚ ਆਇਆ ਸੀ, ਮੈਂ 4 ਮਹੀਨੇ ਰਹਿ ਕੇ ਗਿਆ ਸੀ ਜੀ। ਉਸ ਤੋਂ ਬਾਅਦ ਮੈਂ ਆਇਆ ਜੀ 2019 'ਚ ਜੀ। ਹੁਣ 1 ਸਾਲ ਮੈਨੂੰ 4 ਮਹੀਨੇ ਹੋ ਗਏ। ਇਹ ਮੇਰੇ ਪਿਛਲੇ 4 ਮਹੀਨੇ ਬਾਰੇ ਸਾਰਾ ਕਾਊਂਟਿੰਗ ਹੋਏਗਾ ਜੀ? ਪਿਛਲੇ ਤੁਸੀਂ 2014 ਦੀ ਗੱਲ ਕਰ ਰਹੇ ਹੋ ਜੀ? ਨਹੀਂ, 2018 ਹੈ ਜੀ। ਉਹ 4 ਮਹੀਨੇ ਜ਼ਰੂਰ ਕਾਊਂਟ ਹੋਣਗੇ ਜੀ। ਇਹਦੀ ਪੂਰੀ ਅਸੈਸਮੈਂਟ ਹੁੰਦੀ ਹੈ, ਉਹਦੇ ਵਾਸਤੇ ਦ ਟਾਈਮ ਇਜ਼ ਟੂ ਸ਼ੋਰਟ ਹੇਅਰ। ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ ਤੇ ਵੀਲ ਬੀ ਹੈਪੀ ਟੂ ਅਸਿਸਟ ਯੂ। ਅੱਛਾ, ਤੇ ਇਸ ਤੋਂ ਬਾਅਦ ਹੁਣ ਅਸੀਂ ਇਹ 5 ਸਾਲ ਕਿੰਨਾ ਸਾਲ ਰਹਿਣੇ ਜ਼ਰੂਰੀ ਹੈ ਇੱਥੇ PR? 2 ਸਾਲ ਜੀ। 2 ਸਾਲ? ਹਾਂਜੀ। ਜਿਵੇਂ ਹੁਣ ਇੱਥੇ ਲੱਗ ਗਿਆ 1 ਸਾਲ 4 ਮਹੀਨੇ, ਉਹ ਲੱਗੇ 4 ਮਹੀਨੇ ਜੀ। ਹੁਣ ਅਸੀਂ ਇੰਡੀਆ ਜਾਈਏ ਫਿਰ ਹੁਣ 5.5 ਮਹੀਨੇ ਬਾਅਦ ਵਾਪਸ ਆ ਜਾਈਏ? ਉਹ ਜੀ ਮੈਨੂੰ ਤੁਹਾਡੀ ਪੂਰੀ ਅਸੈਸਮੈਂਟ ਕਰਨੀ ਪਏਗੀ, ਮੈਨੂੰ ਦੇਖਣਾ ਪਏਗਾ ਤੁਸੀਂ ਐਗਜ਼ੈਕਟਲੀ ਐਂਟਰ ਕਦੋਂ ਕਿਤੇ ਉਹ ਕੈਲਕੂਲੇਟਰ 'ਤੇ ਪਾਉਣਾ ਪਏਗਾ, ਤਦ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ। ਉਹਦੇ ਵਾਸਤੇ ਥੋੜ੍ਹਾ ਜਿਹਾ ਖੁੱਲ੍ਹਾ ਟਾਈਮ ਚਾਹੀਦਾ, ਇਸ ਲਈ ਤੁਸੀਂ ਸਾਨੂੰ ਕੰਟੈਕਟ ਕਰ ਲਓ, ਅਸੀਂ ਤੁਹਾਡੀ ਸ਼ੋਰਲੀ ਹੈਲਪ ਕਰਾਂਗੇ। ਠੀਕ ਹੈ ਜੀ। ਧੰਨਵਾਦ ਪ੍ਰੇਮ ਜੀ। ਸਾਡੇ ਅਗਲੇ ਕਾਲਰ ਨੇ ਜਗਦੀਪ। ਸਤਿ ਸ਼੍ਰੀ ਅਕਾਲ ਜਗਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀਗਾ ਜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਰਿਗਾਰਡਿੰਗ ਜੀ। ਮੇਰਾ ਐਕਸਪੀਰੀਅੰਸ ਹੈਗਾ ਜੀ ਰੀਟੇਲ ਸਟੋਰ ਮੈਨੇਜਰ ਦਾ 11 ਮਹੀਨੇ 6 ਦਿਨ ਬਣਦੇ ਜੀ ਟੋਟਲ। ਰਾਈਟ। ਤੇ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ 1 ਸਾਲ ਦੇ ਵਿੱਚ ਕਾਊਂਟ ਤਾਂ ਨਹੀਂ ਕਾਊਂਟ ਹੋ ਜਾਊਗਾ ਜਾਂ ਕਿੱਦਾਂ? ਕਿਉਂਕਿ ਮੈਂ ਵੀ ਜਿਵੇਂ ਆਪਾਂ ਨੂੰ ਟੋਟਲ ਨੰਬਰ ਆਫ ਆਵਰਸ 1500 ਸਮਥਿੰਗ ਚਾਹੀਦੇ ਹੁੰਦੇ ਆ। ਹਾਂਜੀ, 1560 ਆਵਰਸ। ਹਾਂਜੀ, 1560 ਤੇ ਮੇਰੇ ਉਸ ਤੋਂ ਵੱਧ ਹੈਗੇ ਆ ਜੀ। ਜੀ। ਬਟ ਮੇਰਾ ਟਾਈਮ ਫਰੇਮ ਜਿਹੜਾ ਹੈਗਾ 12 ਮੰਥਸ ਪੂਰਾ ਨਹੀਂ ਹੋਇਆ। ਦੈਟ ਇਜ਼ ਅ ਲਿਟਲ ਟ੍ਰਿਕੀ, ਬਿਕੋਜ਼ ਜਦੋਂ ਤੁਸੀਂ ਐਕਸਪ੍ਰੈਸ ਸੈਂਟਰ ਵਿੱਚ ਆਪਣਾ ਪ੍ਰੋਫਾਈਲ ਪਾਓਗੇ ਉਹ ਮੰਥ ਤੇ ਈਅਰ ਹੀ ਕਾਊਂਟ ਕਰਦੇ ਨੇ। ਸੋ ਲਿਟਰਲੀ ਜਦੋਂ ਤੁਸੀਂ ਪਾਓਗੇ ਇਟ ਵਿਲ ਸਟਿਲ ਕਾਊਂਟ ਯੋਰ ਐਕਸਪੀਰੀਅੰਸ ਐਜ਼ 1 year। ਉਹਦਾ ਵੀ ਲੂਪ ਹੋਲ ਹੁੰਦਾ ਹੈ। ਸੋ ਵਾਟ ਯੂ ਕੈਨ ਡੂ ਇਜ਼ ਤੁਸੀਂ ਆਪਣੀ ਇਨੀਸ਼ੀਅਲ ਅਸੈਸਮੈਂਟ ਕਰਨ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਐਂਡ ਵੀ ਕੈਨ ਲੈਟ ਯੂ ਨੋ ਵਾਟ ਕੈਨ ਬੀ ਡਨ। ਤੇ ਇਹਦਾ ਫੋਲੋਇੰਗ ਕੁਐਸਚਨ ਮੇਰਾ ਇਹ ਸੀਗਾ ਜੀ, ਜਿਵੇਂ ਹੁਣ ਉਸ ਤੋਂ ਬਾਅਦ ਕੀ ਹੈ ਕਿ ਜਦੋਂ ਮੈਂ ਉਹ ਜੌਬ ਛੱਡੀ ਹੈ ਜੀ, ਉਸ ਤੋਂ ਬਾਅਦ ਮੇਰਾ ਨੌਕ ਕੋਡ ਚੇਂਜ ਹੋ ਗਿਆ ਜੀ। ਕਿਉਂਕਿ ਮੈਂ ਹੁਣ ਕਸਟਮਰ ਸਰਵਿਸ ਪ੍ਰੋਫਾਈਲ ਦੇ ਵਿੱਚ ਆ ਗਿਆ ਤੇ ਉਹ ਨੌਕ C ਦੇ ਵਿੱਚ ਬਣਦੀ ਹੈ, ਹਨਾ। ਤੇ ਉਸ ਤੋਂ ਬਾਅਦ ਮੇਰੇ ਕੋਲ ਉਹ ਸੇਮ ਨੌਕ ਕੋਡ ਦਾ ਮੇਰੇ ਕੋਲ ਐਕਸਪੀਰੀਅੰਸ ਹੋਰ ਕੋਈ ਨਹੀਂ ਹੈਗਾ। ਸੇਮ ਨੌਕ ਕੋਡ ਦਾ C ਦੇ ਅੰਡਰ ਹੋਣਾ ਜ਼ਰੂਰੀ ਨਹੀਂ ਹੈ, ਬਟ ਇਟ ਹੈਜ਼ ਟੂ ਬੀ ਲਾਈ ਬਿਟਵੀਨ OA ਐਂਡ B। ਜੇ ਤੁਹਾਡਾ ਪਿਛਲਾ ਰੀਟੇਲ ਸਟੋਰ ਮੈਨੇਜਰ ਦਾ ਸੀ, ਜੇ ਤੁਸੀਂ ਰੀਟੇਲ ਸਟੋਰ ਸੁਪਰਵਾਈਜ਼ਰ ਜਾਂ ਕਸਟਮਰ ਸਰਵਿਸ ਮੈਨੇਜਰ ਬਣਦੇ ਹੋ ਤੇ ਫਿਰ ਤੁਸੀਂ ਉਹ ਪ੍ਰੋਫਾਈਲ ਪਾ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਉਹ ਜੌਬ ਹੀ 11 ਮਹੀਨੇ ਬਾਅਦ ਛੱਡਤੀ ਦੈਨ ਇਟ ਵਿਲ ਬੀ ਹਾਰਡ। ਹਾਂਜੀ, ਉਹੀ ਗੱਲ ਹੈ। ਉਹ ਵਾਲੀ ਜੌਬ ਜਿਹੜੀ ਹੈਗੀ ਉਹ ਮੈਂ 11 ਮਹੀਨੇ ਬਾਅਦ ਛੱਡਤੀ ਆ ਤੇ ਹੁਣ ਮੈਂ ਸੇਲਸ ਐਗਜ਼ੈਕਟਿਵ ਹੈਗਾ ਕਿਸੇ ਹੋਰ ਕੰਪਨੀ ਦੇ ਵਿੱਚ। ਤੇ ਮਤਲਬ ਇਹ ਉਹ ਸੇਮ ਨੌਕ ਦੀ ਨਹੀਂ ਹੈਗੀ, ਇਹ ਨੌਕ C ਆ। ਨੌਕ ਡਜ਼ਨਟ ਮੈਟਰ ਐਜ਼ ਲੌਂਗ ਐਜ਼ ਇਟ ਫਾਲਸ ਅੰਡਰ OA ਐਂਡ B। ਨਹੀਂ, ਹਾਂਜੀ, ਇਹ ਨੌਕ C ਦੇ ਵਿੱਚ ਹੈ ਨਾ ਹੁਣ। ਉਹ ਫਿਰ ਉਹ ਤੁਹਾਨੂੰ ਦਿੱਕਤ ਆਏਗੀ। ਹਾਂਜੀ।
ਅੱਛਾ, ਮਤਲਬ ਫਿਰ ਉਹਦੇ 'ਚ 1 ਸਾਲ ਕਾਊਂਟ ਨਹੀਂ ਹੋਣਾ ਮੇਰਾ, ਹੈ ਨਾ, ਚਾਹੇ ਮੇਰੇ ਆਵਰਸ ਪੂਰੇ ਹੋ ਗਏ। ਬਿਲਕੁਲ ਜੀ। ਓਕੇ ਜੀ ਜਗਦੀਪ ਜੀ, ਠੀਕ ਹੈ ਜੀ, ਧੰਨਵਾਦ, ਥੈਂਕ ਯੂ। ਮੈਂ ਤੁਹਾਨੂੰ ਆਫਿਸ 'ਚ ਕੰਟੈਕਟ ਕਰੂੰਗਾ ਜੀ। ਸ਼ੋਰ ਜੀ, ਸ਼ੋਰ, ਐਨੀ ਟਾਈਮ। ਓਕੇ ਜੀ। ਸਾਡੇ ਅਗਲੇ ਕਾਲਰ ਨੇ ਨਵੀਨ। ਸਤਿ ਸ਼੍ਰੀ ਅਕਾਲ ਨਵੀਨ ਜੀ। ਸਤਿ ਸ਼੍ਰੀ ਅਕਾਲ ਮੈਮ ਜੀ। ਮੈਮ ਮੈਂ ਪੁੱਛਣਾ ਸੀਗਾ, ਮੈਂ ਨਾ ਆਪਣੀ ਵਾਈਫ ਦੀ ਫਾਈਲ ਲਗਾਈ ਸੀਗੀ ਸਪਾਊਸ ਓਪਨ ਵਰਕ ਪਰਮਿਟ ਲਈ ਜੀ ਨਵੰਬਰ ਨੂੰ ਜੀ। ਸੋ ਸਟਿਲ ਉੱਥੇ ਜਿੱਦਾਂ ਸ਼ੋ ਹੋ ਰਿਹਾ ਕਿ ਬੈਕਗਰਾਉਂਡ ਚੈੱਕ, ਤੇ ਸੋ ਮੈਂ ਉਹ ਪੁੱਛਣਾ ਸੀਗਾ ਕਿੰਨਾ ਕੁ ਹੋਰ ਟਾਈਮ ਲੱਗ ਜਾਊਗਾ ਜੀ? That is very unpredictable. Unfortunately, even I don't have an answer for that. ਸਾਡੀ ਵੀ ਫਾਈਲਸ ਲੱਗੀਆਂ ਹੋਈਆਂ and we don't have an answer for anyone. ਤੁਸੀਂ ਬਸ ਆਪਣੇ ਆਈ ਆਊਟ ਰੱਖੋ। ਉਹਨਾਂ ਨੇ ਇੰਡੀਆ ਤੋਂ, ਜੇ ਉਹ ਇੰਡੀਆ ਤੋਂ ਆ ਰਹੇ ਨੇ ਤੇ ਇੰਡੀਆ ਤੋਂ ਉਹਨਾਂ ਨੇ ਪ੍ਰੋਸੈਸਿੰਗ ਟਾਈਮ 8 ਵੀਕਸ ਕਰਤਾ ਹੈ ਜ਼ਰੂਰ। ਸੋ ਹੈਵ ਅ ਲਿਟਲ ਬਿਟ ਪੇਸ਼ੈਂਸ, ਇਟ ਵਿਲ ਗੈਟ ਸੌਰਟਡ ਆਊਟ ਸੂਨ। ਇਵਨ ਬਾਇਓਮੈਟ੍ਰਿਕਸ ਵਗੈਰਾ ਸਾਰਾ ਕੁਝ ਹੋ ਚੁੱਕੇ ਆ। ਹਾਂਜੀ, ਜੇ ਬਾਇਓਮੈਟ੍ਰਿਕਸ ਹੋ ਗਿਆ then you just have to wait for the medical request now. ਓਕੇ ਠੀਕ ਹੈ ਮੈਮ, ਥੈਂਕ ਯੂ। ਓਕੇ ਜੀ, ਯੂ ਵੈਲਕਮ ਜੀ। ਸਾਡੇ ਅਗਲੇ ਕਾਲਰ ਲੈ ਲਈਏ ਸੀ ਜੀ। ਹੈਰੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ ਹੈਰੀ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ, ਮੈਂ ਇੱਥੇ ਮੇਰੀ ਵਾਈਫ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਸੀ ਜੀ, ਤੇ ਅਸੀਂ ਸਾਡੀ ਲਾਸਟ ਈਅਰ ਸਤੰਬਰ ਦੇ ਵਿੱਚ BCPNP ਅਪਰੂਵ ਹੋਈ ਸੀ ਜੀ। ਤੇ ਅਸੀਂ ਆਪਣੀ ਪੇਪਰ ਫਾਈਲ ਭੇਜੀ ਹੈ ਨਵੰਬਰ ਦੇ ਵਿੱਚ, ਬਟ ਸਟਿਲ ਸਾਨੂੰ ਅਜੇ ਤੱਕ AOR ਨਹੀਂ ਆਇਆ। that is normal ਜੀ। ਹਾਂਜੀ, ਐਂਡ ਮਾਈ ਕੁਐਸਚਨ ਇਜ਼ ਲਾਈਕ ਆਰ ਵੀ ਸਟਿਲ ਐਲੀਜੀਬਲ ਟੂ ਅਪਲਾਈ ਥਰੂ CEC? if you have already done a paper application, ਤੁਸੀਂ ਨਹੀਂ ਕਰ ਸਕਦੇ ਹੋ। ਤੁਸੀਂ ਡਬਲ ਫਾਈਲਸ ਨਹੀਂ ਅਪਲਾਈ ਕਰ ਸਕਦੇ। ਸੋ ਦੈਟ ਵਾਸ ਮਾਈ ਵਾਈਫ ਐਕਚੁਅਲੀ, ਤੇ ਹੁਣ ਮੇਰੇ ਖੁਦ ਦੇ ਵੀ ਲਾਈਕ ਪੁਆਇੰਟ ਜਿਹੜੇ ਆ ਪੂਰੇ ਹੋ ਜਾਂਦੇ ਆ ਜੀ। ਸੋ ਮੈਂ ਮੇਨ ਐਪਲੀਕੈਂਟ ਬਣ ਸਕਦਾ ਜਾਂ ਜੇ ਮੇਰੀ ਵਾਈਫ ਨੂੰ ਸਟੈਂਡਰਡ ਐਪਲੀਕੈਂਟ CC ਵਿੱਚ ਬਣਾ ਸਕਦੇ ਹੈਗੇ? ਤੁਸੀਂ ਆਪਣੀ ਫਾਈਲ ਆਲਰੇਡੀ ਫੈਡਰਲ ਦੇ ਵਿੱਚ ਭੇਜ ਚੁੱਕੇ ਹੋ ਆਪਣੀ ਵਾਈਫ ਦੇ ਨਾਲ? ਹਾਂਜੀ। ਹਾਂ, ਤੇ ਫਿਰ ਉਹਨਾਂ ਕੋਲ ਡਬਲ ਐਪਲੀਕੇਸ਼ਨ ਪਹੁੰਚ ਜਾਏਗੀ ਨਾ, ਇਵਨ ਇਨ ਦੈਟ ਕੇਸ, ਬਿਕੋਜ਼ ਯੂ ਵਰ ਅ ਡਿਪੈਂਡੈਂਟ ਐਟ ਦੈਟ ਟਾਈਮ, ਅਨਲੈਸ ਐਂਡ ਅੰਟਿਲ ਤੁਸੀਂ ਆਪਣੇ ਆਪ ਨੂੰ ਸੈਪਰੇਟ ਕੀਤਾ ਹੁੰਦਾ ਫਾਈਲ ਤੋਂ। ਓਕੇ, ਬਟ ਲਾਈਕ ਸਾਡਾ ਅਜੇ AOR ਆਇਆ ਹੀ ਨਹੀਂ ਆ, ਸੋ ਇਵਨ ਇਨ ਦੈਟ ਕੇਸ ਸਾਡਾ ਅਸੀਂ ਐਲੀਜੀਬਲ ਨਹੀਂ ਹੈਗੇ। ਹਾਂਜੀ। ਓਕੇ, ਤੇ ਇੰਡੀਆ ਤੋਂ ਵਿਜ਼ਟਰ ਵੀਜ਼ੇ ਦਾ ਕੁਝ ਹੋਇਆ ਜਾਂ ਹੁਣ ਕਿੱਦਾਂ ਕੁਝ? ਨਹੀਂ ਜੀ, ਹਜੇ ਕੁਝ ਓਪਨ ਨਹੀਂ ਹੋਇਆ ਫॉर द ਵਿਜ਼ਿਟਰ ਵੀਜ਼ਾ ਅਨਫੋਰਚੂਨੇਟਲੀ। ਜਿਵੇਂ ਕੋਈ ਅਪਡੇਟ ਹੋਏਗੀ ਵਿਲ ਲੈਟ ਯੂ ਗਾਈਜ਼ ਨੋ। ਥੈਂਕ ਯੂ ਹੈਰੀ। ਅਸੀਂ ਇੱਕ ਹੋਰ ਸਵਾਲ ਲੈ ਸਕਦੇ ਹਾਂ ਜੀ। ਜੈਕ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਊ ਆਰ ਯੂ? ਗੁੱਡ ਜੀ। ਮੇਰਾ ਕੁਐਸਚਨ ਸੀਗਾ ਕਿ ਜਿਨ੍ਹਾਂ ਨੇ CERB ਲਿੱਤੇ ਸੀਗੇ ਫॉर 4 months, ਹੈ ਨਾ, ਤੇ ਉਹਨਾਂ ਦਾ ਐਕਸਪੀਰੀਅੰਸ ਪੂਰਾ ਨਹੀਂ ਹੋਇਆ ਸੀਗਾ, ਔਰ ਆਫਟਰ ਦੈਟ ਫਿਰ 4 ਮਹੀਨੇ ਬਾਅਦ ਜਾਂ 5 ਮਹੀਨੇ ਬਾਅਦ ਜਦੋਂ ਉਹਨੂੰ ਕੰਮ ਮਿਲਿਆ ਤੇ ਫਿਰ ਉਹਨਾਂ ਦਾ 1 ਸਾਲ ਪੂਰਾ ਹੋਇਆ ਆਫਟਰ 4 months, ਤੇ ਉਹ ਇਕੁਅਲੀ ਕਾਊਂਟ ਕੀਤਾ ਜਾਏਗਾ ਜਿੱਦਾਂ ਵਿੱਚ ਗੈਪ ਆਇਆ ਸੀ? ਮੇਰਾ ਕੁਐਸਚਨ ਹੈ ਸੀਗਾ ਐਕਚੁਅਲੀ। ਹਾਂਜੀ, ਜੇ ਤੁਹਾਡੇ 12 ਮੰਥਸ ਪੂਰੇ ਹੁੰਦੇ ਨੇ ਇਵਨ ਵਿਦ ਦੈਟ ਗੈਪ, ਦੈਨ ਯੂ ਆਰ ਐਕਸੈਪਟੇਬਲ ਇਨ ਦੈਟ ਵੇ ਐਜ਼ ਵੈਲ। ਓਕੇ, ਬਸ ਇਹੀ ਪੁੱਛਣਾ ਸੀਗਾ। ਥੈਂਕ ਯੂ ਸੋ ਮਚ ਜੀ। ਯੂ ਵੈਲਕਮ। ਓਕੇ ਜੀ, ਅਸੀਂ ਫੇਰ ਵੀ ਤੁਹਾਨੂੰ ਦਿੱਕਤ ਦਿੰਨੇ, ਸਾਡੇ ਕਾਲਰ ਨੇ ਜੀ। ਨੋ ਵਰੀਜ਼। ਸਤਿ ਸ਼੍ਰੀ ਅਕਾਲ ਸਚਿਨ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾ ਇੱਕ ਸਿੰਪਲ ਜਿਹਾ ਕੁਐਸਚਨ ਹੈ, IT ਆਉਣ ਦੇ ਬਾਅਦ ਅਗਰ ਸਾਨੂੰ ਐਪਲੀਕੇਸ਼ਨ ਚੇਂਜ ਕਰਨੀ ਪਏ ਤੇ ਅਸੀਂ ਕਰ ਸਕਦੇ ਹਾਂ ਇਨ ਰਿਲੇਸ਼ਨ ਟੂ, ਜਿਵੇਂ ਕਿ ਮੇਰੀ ਐਜੂਕੇਸ਼ਨ ਹੈ, ਉਹ ਐਜੂਕੇਸ਼ਨ 'ਚ ਫੁੱਲ ਟਾਈਮ ਚੈੱਕ ਬਾਕਸ ਨੂੰ ਅਸੀਂ ਟਿਕ ਕਰਤਾ, ਉਹਨੂੰ ਅਗਰ ਪਾਰਟ ਟਾਈਮ ਕਰਨਾ ਹੋਏ ਤਾਂ ਕੀਤਾ ਜਾ ਸਕਦਾ ਕਿ ਨਹੀਂ? ਸੌਰੀ, ਇਟਸ ਨਾਟ ਰੀਲੀ ਕਲੀਅਰ। ਤੁਸੀਂ ਕਿਵੇਂ ਕਹਿ ਰਹੇ ਹੋ? ਟਿਕ ਮਾਰਕ ਕਿਹਨੂੰ ਕਰਨਾ ਤੁਸੀਂ? ਮਤਲਬ ਜਦੋਂ ਐਕਸਪ੍ਰੈਸ ਐਂਟਰੀ ਦੀ ਫਾਈਲ ਭਰੀ ਗਈ ਸੀ, ਉਹਦੇ 'ਚ ਜੋ ਐਜੂਕੇਸ਼ਨ ਸੀ ਉਹਨੂੰ ਅਸੀਂ ਫੁੱਲ ਟਾਈਮ ਕਰਤਾ ਸੀ, ਰਾਈਟ? ਦੇयर ਆਰ 2 ਆਪਸ਼ਨਸ, ਪਾਰਟ ਟਾਈਮ ਐਂਡ ਫੁੱਲ ਟਾਈਮ। ਆਈ ਜਸਟ ਟਿਕ ਦੀ ਫੁੱਲ ਟਾਈਮ, ਬਟ ECA ਜਿਹੜਾ ਹੈ ਉਹਦੇ 'ਚ ਕੁਝ ਲਿਖਿਆ ਨਹੀਂ ਕਿ ਫੁੱਲ ਟਾਈਮ ਹੈ ਜਾਂ ਪਾਰਟ ਟਾਈਮ ਹੈ। ਤੇ ਅਗਰ ਮੇਰੀ ਮਾਸਟਰ ਡਿਗਰੀ ਪਾਰਟ ਟਾਈਮ ਸੀ ਤੇ ਕੀ ਅਸੀਂ ਉਹਨੂੰ ਪਾਰਟ ਟਾਈਮ ਡਿਕਲੇਅਰ ਕਰ ਸਕਦੇ ਹਾਂ ਕਿ ਨਹੀਂ? ਨੋ ਜੀ, ECA ਦੇ ਅੰਡਰ ECA ਇਜ਼ ਅ ਲਿਟਲ ਬਿਟ ਡਿਫਰੈਂਟ ਦੈਨ ਕੈਨੇਡੀਅਨ ਐਜੂਕੇਸ਼ਨ ਜੀ। ਜੇ ਤੁਸੀਂ ਉਹ ਪਾਰਟ ਟਾਈਮ ਜਾਂ ਫੁੱਲ ਟਾਈਮ ਜਿਵੇਂ ਵੀ ਤੁਸੀਂ ਕੀਤੀ ਹੈ, ਉਹ ਤੁਹਾਡੀ ਕੈਲਕੂਲੇਟ ਫਿਰ ਦੁਬਾਰਾ ਪੁਆਇੰਟਸ ਕਰਨੇ ਪੈਣੇ। ਜੇ ਤੁਹਾਡਾ 75 ਦੇ ਵਿੱਚ ਡਰਾ ਆਇਆ, 75 ਡਰਾ ਦੇ ਵਿੱਚ ਆਇਆ ਤੁਹਾਡਾ ਨਾਮ, ਤੇ ਫਿਰ ਤੇ ਉਹਨੂੰ ਉਹ ਮੈਟਰ ਨਹੀਂ ਕਰਨਾ ਚਾਹੀਦਾ। ਬਟ ਜੇ ਤੁਸੀਂ ECA ਇਜ਼ it doesn't really specify ਕਿ ਤੁਹਾਡਾ ਪਾਰਟ ਟਾਈਮ ਜਾਂ ਫੁੱਲ ਟਾਈਮ ਐਕਸਪੀਰੀਅੰਸ ਉਹ ਐਜੂਕੇਸ਼ਨ ਹੈ ਕਿ ਨਹੀਂ ਹੈ। ਸੋ ਆਈ ਵੁਡਨਟ ਟੱਚ ਦੈਟ ਬਿਕੋਜ਼ ਤੁਹਾਡੇ ਟ੍ਰਾਂਸਕ੍ਰਿਪਟਸ ਅਨਲੈਸ ਐਂਡ ਅੰਟਿਲ ਤੁਹਾਡੇ ਟ੍ਰਾਂਸਕ੍ਰਿਪਟ ਸੇਜ਼ ਅਦਰਵਾਈਜ਼। ਜੇ ਤੁਹਾਡੇ ਟ੍ਰਾਂਸਕ੍ਰਿਪਟ 'ਚ ਕਿਤੇ ਉਹਦੇ ਵਿੱਚ ਕਿਤੇ ਲਿਖਿਆ ਕਿਤੇ ਵੀ ਟ੍ਰਾਂਸਕ੍ਰਿਪਟ 'ਚ ਕਿਤੇ ਵੀ ਨਹੀਂ ਲਿਖਿਆ, ਨਾ ਗ੍ਰੈਜੂਏਸ਼ਨ 'ਚ ਨਾ ਮਾਸਟਰ ਡਿਗਰੀ 'ਚ, ਤੇ ECA 'ਚ ਵੀ ਕਿਤੇ ਨਹੀਂ ਲਿਖਿਆ, ਨਾ ਗ੍ਰੈਜੂਏਸ਼ਨ 'ਚ ਨਾ ਮਾਸਟਰ ਡਿਗਰੀ 'ਚ। ਹਾਂਜੀ, ਤੇ ਦੋਨੋਂ ਹੀ ਕੈਨੇਡੀਅਨ ਇਕੁਇਵਲੈਂਟ ਹੈ।
then you don't have to worry about that as long as ਤੁਸੀਂ ਸਾਰੇ ਪੇਪਰਸ ਅਪਲਾਈ ਪ੍ਰੋਵਾਈਡ ਉਹਨਾਂ ਨੂੰ ਕਰ ਦਿਓ ਐਟ ਦ ਐਂਡ। ਅੱਛਾ ਜੀ, ਜੈਸੇ ਮੇਰੇ 460 ਮਾਰਕਸ ਹੈ, ਕੱਲ ਨੂੰ ਅਗਰ ਉਹਨਾਂ ਨੂੰ ਪਤਾ ਚੱਲਦਾ ਕਿ ਇਸ ਮਾਸਟਰ ਵਾਸ ਪਾਰਟ ਟਾਈਮ, will they challenge that or not, or will they ever come to know or not? Well, if it's not mentioned anywhere, then I don't think they'll be able to find out, because in any ways it doesn't say anywhere that it was a part-time course, right? Yes. Yes. It doesn't say anywhere. Yeah, if it was mentioned in the transcript, of course you should. Okay. ਮਤਲਬ ਕਿ ਅਗਰ ਇਨ ਕੇਸ ਚੇਂਜ ਕਰਨਾ ਹੈ ਤਾਂ ਕਰ ਸਕਦੇ ਹਾਂ। ਇਨ ਕੇਸ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਫ ਕੋਰਸ ਕਰ ਸਕਦੇ ਹੋ। ਜਸਟ ਕੈਲਕੂਲੇਟ ਯੋਰ ਪੁਆਇੰਟਸ ਅਗੇਨ ਐਂਡ ਸੀ ਦੈਟ ਇਫ ਯੂ ਕੁਆਲੀਫਾਈ। ਓਕੇ, ਥੈਂਕ ਯੂ ਸੋ ਮਚ। ਯੂ ਵੈਲਕਮ। ਥੈਂਕ ਯੂ ਜੀ। ਹਰਸਿਮਰਨ ਜੀ, ਸਵਾਲ ਸਾਡੇ ਕੋਲ ਬਹੁਤ ਨੇ ਲੇਕਿਨ ਸਮਾਂ ਵੀ ਬਹੁਤ ਘੱਟ ਹੈ, ਪਰ ਤੁਸੀਂ ਆਪਣਾ, ਮੈਂ ਬਾਕੀ ਜਿਹੜੇ ਸੁਣਨ ਵਾਲੇ ਸਾਡੇ ਸਾਰੇ ਨੂੰ ਮੈਂ ਦੱਸਦਾ ਕਿ ਹਰਸਿਮਰਨ ਪਸਰੀਚਾ ਨੇ AP ਕੈਨੇਡੀਅਨ ਇਮੀਗ੍ਰੇਸ਼ਨ ਸਰਵਿਸਿਜ਼ ਦੇ ਓਨਰ, ਤੇ ਤੁਸੀਂ ਪਲੀਜ਼ ਆਪਣਾ ਐਡਰੈਸ, ਆਪਣਾ ਫੋਨ ਨੰਬਰ, ਕੋਈ ਕੰਟੈਕਟ ਜਿਹੜੇ ਬਾਕੀ ਕਾਲਰਸ ਅਸੀਂ ਨਹੀਂ ਲੈ ਸਕ ਰਹੇ ਉਹਨਾਂ ਨੂੰ ਜੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਪਲੀਜ਼ ਆਪਣਾ ਐਡਰੈਸ ਤੇ ਕੰਟੈਕਟ ਡਿਟੇਲਸ ਦੇ ਸਕਦੇ ਹੋ। Sure, Jasmine. Our address is 7404 King George Boulevard. It's in Surrey on the 2nd floor, and the company name is again AP Canadian Immigration Services. And ਜਦੋਂ ਤੁਸੀਂ 2nd floor ਤੇ ਆਓ, we have a reception desk there. They can just say that they are there to see me. And ਉਸ ਦੇ ਇਲਾਵਾ ਸਾਡਾ contact number ਹੈ 7789977464. That's my direct line. ਠੀਕ ਹੈ। ਮੈਨੂੰ ਇੱਕ ਗੱਲ ਜ਼ਰੂਰ ਜਿਹੜੀ ਜਾਣਨੀ ਹੈ, ਲੋਕੀ ਦੇ ਸਵਾਲ ਪੁੱਛਦੇ ਨੇ ਜਿਹੜੇ ਤੁਹਾਡੇ ਆਪਦੇ ਰਿਸ਼ਤੇਦਾਰ ਨੇ ਤੇ ਘਰ ਦੇ ਨੇ, ਉਹ ਕਿੰਨੇ ਕੁ ਸਵਾਲ ਤੁਹਾਡੇ ਤੋਂ ਕਰਦੇ ਵੀ ਦਿਨ ਰਾਤ ਉਹਨਾਂ ਦੇ ਵੀ ਸਵਾਲ ਆਉਂਦੇ ਰਹਿੰਦੇ? ਅਨਲਿਮਿਟਿਡ। ਅੱਛਾ, ਇੱਕ ਜੇ ਬੰਦਾ ਘਰ 'ਚ ਇਮੀਗ੍ਰੇਸ਼ਨ 'ਚ ਹੋਵੇ ਫਿਰ ਤਾਂ ਮੈਨੂੰ ਲੱਗਦਾ ਪੂਰਾ ਜਿਹੜਾ ਘਰ ਹੈ ਨਾ ਤਰ ਜਾਂਦਾ ਹੁੰਦਾ। ਉਹ ਨਹੀਂ ਜੀ, ਉਹ ਘਰ ਕੀ ਮੁਰਗੀ ਦਾਲ ਬਰਾਬਰ ਹੁੰਦਾ ਹੈ। ਨਹੀਂ ਤਾਂ ਸਾਨੂੰ ਤਾਂ ਇਹ ਲੱਗਦਾ ਵੀ ਇੱਕ ਬੰਦਾ, ਹੁਣ ਤੁਸੀਂ ਦੇਖੋ ਸਾਡੇ ਹਜੇ ਵੀ ਕਾਲਰਸ ਨੇ, ਇੱਕ ਬੰਦਾ ਇਮੀਗ੍ਰੇਸ਼ਨ ਦਾ ਹੋਏ, ਨਾਲੇ ਤੁਹਾਡੇ ਵਰਗਾ ਬਿਲਕੁਲ ਪੇਸ਼ੈਂਸ ਵਾਲਾ ਜਿਹਨੇ ਪੂਰਾ ਸਮਝਾਉਣਾ ਹੋਏ, ਤੇ ਮੈਨੂੰ ਲੱਗਦਾ ਤੁਹਾਡੇ ਤਾਂ ਦੂਰ ਦੂਰ ਤੱਕ ਫੋਨ ਆਉਂਦੇ ਹੋਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ। They do. You will be surprised. Sometimes I'm up until 3 o'clock in the morning to take the calls. But right now, you know, I am a mother. I am a wife. I have a house to take care of too. So sometimes they don't understand that we have our time as well. Local bande भी कई बारी 10-11 बजे phone कर रहे होते हैं। अच्छा। So sometimes you just have to shut your eyes and be like, okay, the phone doesn't exist for me anymore. ਫਿਰ ਕਈ ਵਾਰ ਜਦੋਂ ਰੋਟੀ ਬਣਾਉਂਦੇ ਹੁੰਦੇ ਹੁੰਦਾ ਵੀ ਖਿਆਲ ਵੀ ਲੋਕੀ ਤਾਂ ਫੋਨ ਤਾਂ ਕਰਦੇ ਰਹਿੰਦੇ ਹੋਣੇ। Why turn my phone on silent? ਅੱਛਾ, ਚਲੋ ਜੀ, ਸਾਨੂੰ ਪਤਾ ਹੈ ਹੁਣ। I have to. ਸਾਨੂੰ ਪਤਾ ਲੱਗ ਗਿਆ ਵੀ ਇੱਕ ਟਾਈਮ ਤੇ ਜਾ ਕੇ ਸਾਇਲੈਂਟ ਹੋ ਜਾਂਦਾ ਜੀ। ਪਰ ਕੁਐਰੀਜ਼ ਤੁਹਾਡੇ ਕੋਲੇ ਬਹੁਤ ਆਉਂਦੀਆਂ ਨੇ, ਤੇ ਅਸੀਂ ਵੀ ਚਾਹਾਂਗੇ ਕਿ ਜਲਦ ਹੀ ਸਬਬ ਬਣੇ ਤੇ ਅਸੀਂ ਦੁਬਾਰਾ ਤੁਹਾਨੂੰ ਸ਼ੋਅ 'ਤੇ ਇਨਵਾਈਟ ਕਰੀਏ। ਬਹੁਤ ਸਾਰੇ ਸਵਾਲ ਨੇ ਤੇ ਇੰਨੇ ਪਿਆਰ ਨਾਲ, ਇੰਨੀ ਪੇਸ਼ੈਂਸ ਨਾਲ, ਜਿਹੜਾ ਇਹ ਮੈਨੂੰ ਲੱਗਦਾ ਬੜੀ ਦੇਰ ਦੇ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਵੀ ਇੱਕ ਸਿਪ ਪਾਣੀ ਨਹੀਂ ਇਹਨਾਂ ਨੇ ਲਿਆ। ਤੇ ਇਮੀਗ੍ਰੇਸ਼ਨ ਵਾਲਿਆਂ ਨਾਲ ਤਾਂ ਇੱਦਾਂ ਹੁੰਦਾ। ਤੇ ਨਾਲੇ ਆਫ ਕੋਰਸ ਸਮਟਾਈਮਸ ਆਈ ਐਮ ਇਨ ਦ ਆਫਿਸ ਤੇ ਮੈਨੂੰ ਇਹ ਨਹੀਂ ਯਾਦ ਰਹਿੰਦਾ ਕਿ ਮੈਂ ਲੰਚ ਕੀਤਾ ਕਿ ਨਹੀਂ ਕੀਤਾ। So I'm like, oh my God, okay, my stomach's growling. I have to eat now. So ਹਾਂ, ਤੁਸੀਂ ਸਾਰੇ ਜਣੇ ਬੁਲਾ ਤੇ ਲੈਣੇ ਕੈਨੇਡਾ ਜੀ, ਪਰ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। Yes, of course. ਇਹ ਸਨ ਹਰਸਿਮਰਨ ਪਸਰੀਚਾ, AP ਕੈਨੇਡੀਅਨ ਇਮੀਗ੍ਰੇਸ਼ਨ ਸਰਵਿਸਿਜ਼ ਦੇ ਉਹਨਾਂ ਨੇ, ਤੇ ਜਿੱਦਾਂ ਕਿ ਇਹਨਾਂ ਨੇ ਤੁਹਾਨੂੰ ਦੱਸਿਆ, ਇਹਨਾਂ ਦਾ ਐਡਰੈਸ ਹੈ, ਕੰਟੈਕਟ ਹੈ, ਤੁਸੀਂ ਇਹਨਾਂ ਨੂੰ ਕਰ ਸਕਦੇ ਹੋ, ਪਰ ਵਰਕਿੰਗ ਟਾਈਮ ਦੇ ਵਿੱਚ ਤੇ ਥੋੜਾ ਸਾਹ ਵੀ ਲੈਣ ਦਿਓ ਜ਼ਰੂਰ। ਤੇ ਹਰਸਿਮਰਨ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸ਼ੋਅ ਤੇ ਆਏ। Thank you so much for having me, Jasmine. Thank you so much.